प्यारी साध संगत, मैं देख रहे हैं जो बाहर दे कुछ संगत है वो रात दिल्लियों चल के आ गए। फिर ਜਿਹੜੇ ਦੂਰ ਦੇ ਨੇ ਬੱਸਾਂ ਜਿਹੜੀਆਂ ਨੇ ਉਹ ਪਹਿਲਾਂ ਆ ਗਈਆਂ ਨੇ, ਪਰ ਜਿਹੜੇ ਲੁਧਿਆਣੇ ਦੇ ਬੰਦੇ ਨੇ ਇਹ ਆਪਣੇ ਪੁੱਛ ਲੈਣ ਵੀ ਅਸੀਂ ਕਦੋਂ ਆਏ ਹਾਂ। ਝੋਲੀ ਅੱਡੀ ਹੋ ਗਏ ਮਾਲਕ ਅੱਗੇ ਤੇ ਖੈਰ ਪਾਉਣੀ ਉਹਨੇ, ਤੇ ਉਹ ਪਤਾ ਕੀ ਹੈ, ਤੁਸੀਂ ਕਿਸੇ ਨੂੰ ਦਿੰਦੇ ਹੋ ਤੁਸੀਂ ਮੂੰਹ ਵੇਖ ਕੇ ਦਿੰਦੇ ਹੋ। ਅੱਗੋਂ ਜੇ ਮਾਲਕ ਨੇ ਖੈਰ ਪਾਉਣੀ ਸਾਡੀ ਝੋਲੀ 'ਚ ਤੇ ਉਹ ਵੀ ਗੜ ਕੇ ਉਹਦੇ ਮੂੰਹ ਵੇਖ ਕੇ ਪਾਉਣੀ, ਸਾਡਾ ਕਰਮ ਵੇਖ ਕੇ ਪਾਉਣੀ। ਦੇ ਉੱਤੇ ਗੀਤਾ ਹੈ, ਕਰਮ ਦੇ ਆਧਾਰ ਦੇ ਉੱਤੇ ਰਾਮਾਇਣ ਹੈ, ਕਰਮ ਦੇ ਆਧਾਰ ਦੇ ਉੱਤੇ ਬਾਣੀ ਹੈ, ਕਰਮ ਦੇ ਆਧਾਰ 'ਤੇ 18 ਪ੍ਰਾਣ ਹਨ, ਕਰਮ ਦੇ ਆਧਾਰ ਦੇ ਉੱਤੇ 27 ਸਿਮਰਤੀਆਂ ਹਨ, 4 ਵੇਦ 6 ਸ਼ਾਸਤਰ ਕਰਮ ਦੇ ਆਧਾਰ 'ਤੇ ਹਨ। ਭਾਵ ਜਿਤਨੇ ਵੀ ਧਾਰਮਿਕ ਗ੍ਰੰਥ ਹਨ ਸਾਰੇ ਕਰਮ ਦੇ ਆਧਾਰ 'ਤੇ ਨੇ। ਕਰਮ ਕੈਸਾ ਹੋਣਾ ਚਾਹੀਦਾ ਹੈ? ਕਰਮ ਕੈਸਾ ਹੋਣਾ ਚਾਹੀਦਾ ਹੈ? ਅੱਜ ਕੱਲ੍ਹ ਦਾ ਕਰਮ ਜਿਹੜਾ ਵਿਗੜ ਚੁੱਕਾ ਹੈ। ਮੈਂ ਬੇਨਤੀ ਕਰਦਾ ਹਾਂ, ਰਾਜੇ ਪ੍ਰੀਸ਼ਦ ਜਿਹੜਾ ਸੀ, ਰਾਜੇ ਪ੍ਰੀਸ਼ਦ ਨੇ ਕੀ ਕੀਤਾ ਕਿ ਕਰਮ ਉਹਦੇ ਕੋਲ ਮਾੜਾ ਹੋ ਗਿਆ। ਬੜਾ ਧਰਮਾਤਮਾ ਰਾਜਾ ਸੀ, ਕਰਮ ਮਾੜਾ ਇਹ ਹੋ ਗਿਆ, ਉਹ ਸ਼ਿਕਾਰ ਕਰਨ ਵਾਸਤੇ ਜੰਗਲ ਵਿੱਚ ਜਾਂਦਾ ਹੈ ਤੇ ਅਗਲੇ ਪਾਸੇ ਜਾ ਕੇ ਕੀ ਹੋਇਆ ਕਿ ਰਸਤਾ ਭਟਕ ਗਿਆ। ਰਸਤਾ ਭਟਕ ਗਿਆ ਤੇ ਅੱਗੋਂ ਕੀ ਵੇਖਿਆ ਕਿ ਇੱਕ ਰਿਸ਼ੀ ਬੈਠਾ ਹੋਇਆ ਝੁੱਗੀ ਵਿੱਚ ਤੇ ਪਿਆਸ ਲੱਗੀ ਹੋਈ ਸੀ। ਉਹਨੇ ਸੋਚਿਆ ਘੋੜਾ ਖਿਲਾਰ ਕੇ ਤੇ ਪਾਣੀ ਪੀ ਲਵਾਂ। ਘੋੜੇ ਨੂੰ ਖਿਲਾਰਿਆ, ਰਿਸ਼ੀ ਸਮਾਧੀ ਵਿੱਚ ਸੀ, ਨੇਤਰ ਬੰਦ ਸਨ। ਉਹਨਾਂ ਨੇ ਕੀ ਕੀਤਾ, ਉਸ ਤੋਂ ਪਹਿਲਾਂ ਦੀ ਗੱਲ ਹੈ, ਇਸ ਤੋਂ ਪਹਿਲਾਂ ਦੀ ਗੱਲ, ਜਿਸਲੇ ਤੁਰਿਆ ਜਾਂਦਾ ਅੱਗੇ ਜਾ ਕੇ ਕੀ ਵੇਂਦਾ ਹੈ ਕਿ ਇੱਕ ਕਾਲੇ ਕੱਪੜੇ ਪਾਏ ਨੇ ਤੇ ਗਊ ਦੇ ਜਿਹੜੇ ਗਿੱਟੇ ਨੇ ਉਹਨਾਂ 'ਤੇ ਮਾਰਨ ਡੇ ਹੈ, ਪੈਰ ਤੋੜਨ ਡੇ ਹੈ। ਹੁਣ ਰਾਜਾ ਪ੍ਰੀਸ਼ਦ ਜਿਹੜਾ ਘੋੜੇ ਚੜ੍ਹਿਆ ਜਾਂਦਾ ਵੇਂਦਾ ਹੈ, ਕਹਿੰਦਾ ਉਹਨੂੰ ਬੜਾ ਗੁੱਸਾ ਆ ਗਿਆ। ਕਹਿੰਦਾ ਕਿ ਰਾਜੇ ਜਿੱਦਣੇ ਹੋਏ ਨੇ ਸਾਡੇ ਕੁਲ ਵਿੱਚੋਂ ਇਹ ਗਊ ਗਰੀਬ ਦੀ ਰੱਖਿਆ ਕਰਦੇ ਆਏ ਨੇ ਤੇ ਇਹ ਮੇਰੇ ਰਾਜ ਵਿੱਚ ਆ ਕੇ ਇੰਨਾ ਅਤਿਆਚਾਰ ਕਰ ਰਿਹਾ, ਗਊ ਦੇ ਖੁਰ ਤੋੜ ਰਿਹਾ ਹੈ। ਉਹਨੇ ਤਿੰਨ ਪੈਰ ਤੋੜ ਦਿੱਤੇ, ਅਜੇ ਪੂਰੀ ਤਰ੍ਹਾਂ ਟੁੱਟੇ ਨਹੀਂ, ਇੱਕ ਤੀਜਾ ਪੈਰ। ਗੁੱਸਾ ਆ ਗਿਆ, ਕਹਿੰਦੇ ਕੌਣ ਹੈ ਤੂੰ ਜਿਹੜਾ ਮੇਰੇ ਰਾਜ ਵਿੱਚ ਆ ਕੇ ਤੂੰ ਗਊ ਦੇ ਪੈਰ ਤੋੜ ਰਹੇ ਹੈ? ਕਹਿੰਦਾ ਮੈਂ ਕਲਯੁਗ ਹਾਂ। ਕਹਿੰਦਾ ਮੈਂ ਕਲਯੁਗ ਹਾਂ। ਉਸਨੇ ਕੀ ਕੀਤਾ ਕਿ ਉਹਨੂੰ ਗੁੱਸਾ ਆ ਗਿਆ ਹੋਰ ਜ਼ਿਆਦਾ। ਕਹਿੰਦਾ ਤੂੰ ਮੇਰੇ ਰਾਜ ਆਇਆ ਹੀ ਕਾਹਨੂੰ ਹੈ? ਕਿਉਂ ਆਇਆ ਮੇਰੇ ਰਾਜ ਵਿੱਚ? ਉਹ ਕਹਿੰਦਾ ਜੀ ਮੇਰਾ ਸਮਾਂ ਆ ਗਿਆ ਹੈ ਤੇ ਮੈਂ ਤਾਂ ਆਇਆ। ਅਜੇ ਪੂਰੀ ਤਰ੍ਹਾਂ ਨਹੀਂ ਸੀ ਆਇਆ। ਤੋ ਉਹਦਾ ਆਗਮਨ ਹੋ ਗਿਆ, ਜਿਵੇਂ ਗੱਲ ਕੀ ਬੰਦਾ ਆਪਣੇ ਹੱਦ ਦੇ ਉੱਤੇ ਚਲੇ ਜਾਂਦਾ ਹੈ, ਹੱਦ ਪਾਰ ਕਰਨ ਲੱਗਾ, ਹੁਣ ਅੰਦਰ ਵੜਨ ਲੱਗਾ ਹੈ ਕਮਰੇ ਵਿੱਚ, ਬਾਹਰਲੀ ਦਰੀਚ 'ਚ ਆ ਗਿਆ ਹੈ। ਜਿਸਲੇ ਉਹਨੇ ਕਿਹਾ ਵੀ ਤੂੰ ਗੱਲ ਕੀ? ਕਹਿੰਦਾ ਮੇਰੇ ਰਾਜ ਵਿੱਚ ਇਹ ਔਗਣ ਹੋਣੇ ਨੇ। ਕਹਿੰਦੇ ਤੇਰੇ ਰਾਜ ਵਿੱਚ ਤੇ ਔਗਣ ਦਾ ਪਹਿਰਾ ਲੱਗਣਾ ਹੈ। ਮੈਂ ਤੈਨੂੰ ਮਾਰ ਦੇਣਾ ਹੈ, ਤੈਨੂੰ ਕਤਲ ਕਰ ਦੇਣਾ ਹੈ, ਮੈਂ ਛੱਡਣਾ ਨਹੀਂ ਤੈਨੂੰ। ਉਹਨੇ ਕਿੰਨਾ ਖੰਡਾ ਖਿੱਚਿਆ, ਲੱਗਾ ਮਾਰਨ। ਕਹਿੰਦਾ ਰਾਜਨ ਦੇਖ ਮੇਰੀ ਗੱਲ ਸੁਣ, ਤੂੰ ਮੇਰੇ ਔਗਣ ਵੇਖੇ ਨੇ, ਮੇਰੇ ਗੁਣ ਨਹੀਂ ਵੇਖੇ। ਕਹਿੰਦੇ ਹਜ਼ਾਰਾਂ ਸਾਲ ਰਿਸ਼ੀ ਮੁਨੀ ਤਪੱਸਿਆ ਕਰਦੇ ਸਨ, ਫਿਰ ਵੀ ਰੱਬ ਪ੍ਰਾਪਤ ਨਹੀਂ ਸੀ ਹੁੰਦਾ। ਤੇ ਕਹਿੰਦੇ ਮੇਰੇ ਰਾਜ ਵਿੱਚ
ਜਿਹੜਾ ਇੱਕ ਘੜੀ ਵੀ ਆਪਣੀ ਬਿਰਤੀ ਨੂੰ ਜੋੜ ਕੇ ਪ੍ਰਮਾਤਮਾ ਦੇ ਨਾਲ, ਇੱਕ ਘੜੀ ਵੀ ਬਿਰਤੀ ਨੂੰ ਜੋੜ ਕੇ ਪ੍ਰਮਾਤਮਾ ਦੇ ਨਾਲ ਸਾਂਝ ਪਾਏਗਾ, ਉਹਦਾ ਸਿਮਰਨ ਕਰੇਗਾ, ਕਹਿੰਦਾ ਉਹ ਪ੍ਰਮਾਤਮਾ ਨੂੰ ਮਿਲ ਜਾਏਗਾ। ਪਰ ਹੁਣ ਤੁਸੀਂ ਵਿਚਾਰ ਕਰਦੇ ਹੋ, ਤੁਸੀਂ ਭਜਨ 'ਤੇ ਬੈਠਦੇ ਹੋ, ਸਿਮਰਨ 'ਤੇ ਬੈਠਦੇ ਹੋ, ਕੋਈ ਬਾਣੀ ਪੜ੍ਹਨ ਲੱਗਦਾ ਹੈ, ਕੋਈ ਗ੍ਰੰਥ ਪੜ੍ਹਨ ਲੱਗਦਾ ਹੈ, ਕੋਈ ਗੱਲ ਕੀ ਕੋਈ ਧਾਰਮਿਕ ਗ੍ਰੰਥ ਪੜ੍ਹਦਾ ਹੈ, ਅਤੇ ਆਪ ਆਪਣੇ ਮਜ਼ਹਬ ਦੇ ਸਾਰੇ ਗ੍ਰੰਥ ਸਾਰੇ ਪੜ੍ਹਦੇ ਨੇ, ਅਤੇ ਤੁਹਾਡੀ ਬਿਰਤੀ ਇਕਾਗਰ ਹੁੰਦੀ ਹੈ। ਨਾਮ ਲੈ ਲੈਂਦੇ ਹੋ ਤੁਸੀਂ ਅਤੇ ਕੀ ਕਹਿੰਦੇ ਹੋ, ਸਾਨੂੰ ਲੱਭੇ ਕੁਛ ਨਹੀਂ ਜੀ। ਉਹ ਭਲਿਆ ਮਾਨਸਾ, ਤੂੰ ਆਪਣੇ ਮਨ ਵਿੱਚੋਂ ਗੰਦ ਕੱਢਿਆ ਪਹਿਲਾਂ। दिल का हुजरा साफ कर, जाना के आने के लिए ध्यान गैरों का उठाओ उसको बैठाने के लिए। असी दे अंदर गंद भरिया है, कूड़ा भरिया होया है, साडे अंदर कूड़ा भरिया होया है, गंद भरिया होया है। क्यों धरती ते गल कीए, अज जिन्ना दिन मना रहे हैं, क्यों धरती ते आना पिया? मैं सुनिया महाराज कोलों, महाराज मुखारबिंद तो सुनिया, पढ़िया भी है। कहते हैं कि उस पासे बंदे नूं कतल करना एक इस तरह सी, अजे मूली भी लोग बड़े हिसाब नाल वढ़दे सन। कहते ने वो पठाणा दी नगरी सी, पठाणा दा एरिया सी, ते वो बंदे नूं झट कतल करदे जिहदी सुनवाई किते भी नहीं सी हुंदी। उस धरती उत्ते गल की इहो जी रूह नूं दाग आउणा पिया, जिन्हां दा अज दिन मना रहे हैं असीं, अज उस धरती उत्ते गल के उन्हां दा आगमन होया। किस करके? पाप का खात्मा करने वास्ते, पाप को ठल पाने वास्ते। भगती के जरिए। पर उधर बाणी की कहती है, पापी भगत ना भावई। पापी नूं भगती थोड़ा चंगी लगती है, हरि की पूजा थोड़ी चंगी लगती है। पापी नूं ते पाप ही चंगा लगता है। उन्हें कहा तू मेरे विच कलयुग ने कहा तेन मैं कतल कर देना। कहते ने मेरे दोष वेखे ने, तू मेरे 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 गुण नहीं वेखे। उन्हें कहा एक क्षण मात्र विच भी तू परमात्मा में मिल सकता है, एक बिरती नूं एकागर करके सिमरन करेगा, ध्यान करेगा। कहते ने मैनू कोई जगह दे दे, तू मैनू कतल ना कर। कहते ने तेनों मैं जगह देना, जिस जगह ते तेन कहांगा उस जगह ते तू गल की रहना है। कहते ने जुआरियां दे अड्डियां ते तू जाना है, तेरा स्थान वो है। वेसवा दा द्वारा तेरा स्थान वो है। दो स्थान हो गए। कहते होर कित्थे रवां? कहते जिथे झूठ का पहरा ज़्यादा उत्थे तेरा स्थान होना चाहिए। तीन जो तीन ते आया तो कहना महाराज जी मैनू सारिया माड़ियां जगह देन दे, कोई चंगी जगह भी दे दिओ। कहते किदां दी दे दईए? कहते कोई धातू दे दिओ चंगी। कहते जा तेरा सोने च वास होवे, सोने तू रह सकदा है, बाकी तू किसी होर धातु च नहीं रह सकदा। ते राजा परीक्षित जिहड़ा सी सोने का मुकुट ला के बैठा चढ़िया होया सी घोड़े च। ये मुकुट नहीं लाउंदा तो किसी ने की कहना राजा है कि कौन है तुरया जा रहा। जिसले इन्नी गल की तो उसले कलयुग अदृष्ट होके की कीता, ओदे दिमाग सिर दे उत्ते गल की आन के बैठ गया। राजा जड़ा सी अगे तुरया जांदा, पानी पीना सी, अगे ऋषि आया, जी मैं गल पहला कर दी है। ऋषि आया, उन्हें की कीता कि कलयुग विच बह गया, लगा बुद्धि साड़ी जिथे कलयुग होएगा बुद्धि भ्रिष्ट करेगा। कलयुग हमेशा ही विच कलयुग विच आके साड़ी बुद्धि भ्रिष्ट हो जाती है। क्यों? कलयुग ने कर्म चंगा नहीं करवाना, माड़ा कर्म करना, माड़ा कर्म करना, बुद्धि भ्रिष्ट हो जाती है। हुण उन्हें विचार की आए, की सोच लिया राजे परिषद ने, जिहड़ा संतां दा सेवक, साधुआं सेवक, उसले ब्राह्मण की सेवा हुंदी सी, पूजिया जांदा सी ब्राह्मण। क्योंकि ब्राह्मण जिहड़ा सी वो बंदगी वाला सी, धर्म उत्ते स्थिर सी, धर्म उत्ते परपक्क सी।
ਤਾਂ ਕਰਕੇ ਉਸ ਲਈ ਕੀ ਕੀਤਾ ਉਹਨਾਂ ਨੇ, ਉਹਨੇ ਉਹਦੀ ਬੁੱਧੀ ਫੇਰ ਦਿੱਤੀ। ਉਹਨੇ ਕਿਹਾ ਪਖੰਡੀ ਹੈ, ਇਹ ਮੇਰੇ ਵੱਲ ਵੇਖ ਕੇ ਅੱਖਾਂ ਬੰਦ ਕਰ ਲਈਆਂ ਨੇ। ਉਹ ਜਿਹਲੇ ਉਤਰਿਆ ਘੋੜੇ ਤੋਂ, ਤੇ ਘੋੜੇ ਤੋਂ ਉਤਰਿਆ, ਬੁੱਧੀ ਭ੍ਰਿਸ਼ਟ ਹੋ ਚੁੱਕੀ ਸੀ। ਲਾਗੇ ਇੱਕ ਮੋਇਆ ਸੱਪ ਪਿਆ ਹੋਇਆ ਸੀ ਇੱਕ। ਉਹਨੇ ਕੀਤਾ ਕਿ ਆਪਣੀ ਸੋਟੀ ਦੇ ਨਾਲ ਚੁੱਕ ਕੇ, ਕਿਰਪਾਨ ਦੇ ਨਾਲ ਚੁੱਕ ਕੇ ਕੀ ਕੀਤਾ, ਉਹਦੇ ਗਲ ਲਪੇਟ ਦਿੱਤਾ। ਜੇ ਲਪੇਟ ਕੇ ਤੇ ਆਪ ਚਲਾ ਗਿਆ, ਪਰ ਉਹ ਅਡੋਲ ਆਪਣੀ ਸਮਾਧੀ 'ਚ ਲੀਨ ਹੈ। ਪੁੱਤਰ ਉਹਦਾ ਲਾਗੇ ਨਦੀ ਸੀ, ਇਸ਼ਨਾਨ ਕਰ ਰਿਹਾ। ਕਿਸੇ ਰਿਸ਼ੀ ਦੇ ਪੁੱਤਰ ਨੇ ਵੇਖ ਲਿਆ ਤੇ ਉਹਨੇ ਜਾ ਕੇ ਉਹਨੂੰ ਕਹਿਤਾ, ਤੇਰੇ ਪਿਓ ਦੇ ਗਲ ਵਿੱਚ ਇੱਕ ਆਦਮੀ ਸੀ, ਉਹਨੇ ਮੋਇਆ ਸੱਪ ਪਾ ਦਿੱਤਾ ਏ। ਉਹਨੂੰ ਗੁੱਸਾ ਚੜ ਗਿਆ। ਕੋਈ ਸ਼੍ਰਿੰਗੀ ਰਿਸ਼ੀ ਕਹਿੰਦਾ, ਕੋਈ ਕੁਝ ਕਹਿੰਦਾ ਹੈ, ਮੈਂ ਇਸ ਪਾਸੇ ਨਹੀਂ ਜਾਣਾ। ਉਸ ਲਈ ਕੀ ਕੀਤਾ, ਉਹਨੇ ਉਸੇ ਨਦੀ ਦਾ ਜਲ ਲਿਆ। ਦੇਖੋ, ਜਿਨ੍ਹਾਂ ਦੇ ਘਰ, ਜਿਨ੍ਹਾਂ ਦੇ ਮਾਂ ਪਿਓ ਤਪਸਵੀ ਹੋਣ, ਜਿਨ੍ਹਾਂ ਦੀ ਕੁਲ ਤਪਸਵੀ ਹੋਵੇ, ਜਿਹੜੇ ਤਪੱਸਿਆ ਕਰਨ ਵਾਲੇ ਹੋਣ, ਤੇ ਉਹਨਾਂ ਦੀ ਔਲਾਦ ਜਿਹੜੀ ਹੈ ਛੋਟੀ ਉਮਰ ਵਿੱਚ, ਉਹਨਾਂ ਦੇ ਮੂੰਹ ਨਿਕਲਿਆ ਵਾਕ ਜਿਹੜਾ ਬਿਰਥਾ ਨਹੀਂ ਜਾਂਦਾ। ਧਿਆਨ ਦੇਣਾ, ਸਿਮਰਨ 'ਚ ਇੰਨੀ ਤਾਕਤ ਹੈ। ਕਿਉਂ? ਸਾਨੂੰ ਤੇ ਔਲਾਦ ਕਰਨ ਦਾ ਨਹੀਂ ਪਤਾ, ਅਸੀਂ ਔਲਾਦ ਹੀ ਗੰਦੀ ਪੈਦਾ ਕਰ ਲੈਂਦੇ ਹਾਂ। ਕਿਉਂ? ਸਾਡੇ ਅੰਦਰ ਆਪ ਗੰਦ ਹੈ। ਸਾਨੂੰ ਆਪਣੇ ਆਪ ਨੂੰ ਨਹੀਂ ਪਤਾ ਕਿ ਔਲਾਦ ਦੇ ਸਾਹਮਣੇ ਅਸੀਂ ਗੱਲ ਕੀ ਕਿੱਦਾਂ ਦੇ ਕਰਮ ਕਰਨੇ ਹੈ। ਉਸ ਵੇਲੇ ਕੀ ਕੀਤਾ, ਰਾਜੇ ਪ੍ਰੀਸ਼ਦ ਨੇ ਉਹ ਘੋੜੇ ਤੇ ਚੜ੍ਹ ਕੇ ਉਹ ਚਲਾ ਗਿਆ, ਆਪਣੇ ਰਾਜ ਨੂੰ ਚਲਾ ਗਿਆ। ਰਾਜ ਨੂੰ ਚਲ ਗਿਆ ਤੇ ਉਧਰੋਂ ਕੀ ਕੀਤਾ, ਜਿਸ ਵੇਲੇ ਗੱਲ ਕੀ ਉਹ ਰਿਸ਼ੀ ਦੇ ਲੜਕੇ ਨੇ ਸੁਣਿਆ, ਉਹਨੇ ਚੁਲੀ ਭਰੀ। ਉਹਨੇ ਕਿਹਾ, ਉਹਨੇ ਜਲ ਦੇ ਅਤੇ ਦੀ ਗੱਲ ਕੀ ਕੀਤਾ, ਉਹ ਗਵਾਹੀ ਵਿੱਚ ਉਹਨੇ ਕਿਹਾ, ਜਿਹਨੇ ਮੇਰੇ ਪਿਤਾ ਦੇ ਗਲ ਵਿੱਚ ਗੱਲ ਕੀ ਮੋਇਆ ਸੱਪ ਪਾਇਆ, ਅੱਜ ਤੋਂ 8ਵੇਂ ਦਿਨ ਜਾ ਕੇ ਉਹ ਤਸ਼ਕ ਨਾਲ ਮਰੇਗਾ। ਇੱਥੋਂ ਭਾਗਵਤ ਪੁਰਾਣ ਦੀ ਰਚਨਾ ਹੋਈ। ਐਸ ਗੱਲ ਉੱਤੋਂ ਭਾਗਵਤ ਪੁਰਾਣ ਦੀ ਰਚਨਾ ਹੋਈ। ਉਸ ਵੇਲੇ ਸੁਖਦੇਵ ਮੁਨੀ ਨੂੰ ਢੂੰਡਿਆ ਗਿਆ। ਹੁਣ ਉਹ ਜਦੋਂ ਰਾਜੇ ਨੇ ਜਾ ਕੇ ਰਾਜ ਵਿੱਚ ਜਾ ਕੇ ਸਿਰ ਤੋਂ ਤਾਜ ਲਾ ਕੇ ਰੱਖਿਆ ਆਪਣਾ, ਤੇ ਉਸ ਵੇਲੇ ਉਹਨੂੰ ਚੇਤਾ ਆਇਆ। ਉਹ ਕਹਿੰਦੇ, ਓਹੋ, ਮੈਂ ਤੇ ਬੜਾ ਮਾੜਾ ਕੰਮ ਕਰ ਰਿਹਾ। ਸੋਨਾ ਲੈ ਗਿਆ ਨਾ ਸਿਰ ਤੋਂ। ਰਾਧਾ ਤੇ ਧਰਮਾਤਮਾ ਸੀ। ਪਿਆਰੀ ਸਾਧ ਸੰਗਤ, ਕਸੂਰ ਕਿਹਦਾ ਹੈ? ਸਾਡਾ ਕਸੂਰ ਤੇ ਕੋਈ ਨਹੀਂ। ਮੈਂ ਉਸੇ ਗੱਲ ਤੇ ਫਿਰ ਆਉਣਾ। ਮੈਂ ਕਈ ਵਾਰੀ ਕਿਹਾ, ਬਾਬਾ ਹੋਰ ਖਾਣਾ ਖੁਸ਼ੀ ਖਵਾਰ, ਜਿੱਤ ਖਾਦੇ ਤਨ ਪੀੜੀਏ ਮਨ ਮੈਂ ਚਲੇ ਵਕਾਰ। ਗੁਰੂ ਨਾਨਕ ਦੇਵ ਮਹਾਰਾਜ ਨੇ ਕਿਉਂ ਲਿਖਿਆ ਸੀ? ਫਿਰ ਕੱਪੜਾ ਪਾਇਆ, ਜਿਹੜਾ ਕੱਪੜਾ ਪਾਉਣਾ ਹੈ, ਉਹ ਕੱਪੜਾ ਪਾਉਣਾ ਜਿਹੜਾ ਸਾਡੇ ਤਨ ਨੂੰ ਦੁਖੀ ਨਾ ਕਰੇ, ਸਾਡੇ ਤਨ ਨੂੰ ਦੁਖੀ ਨਾ ਕਰਦੇ, ਮਨ ਨੂੰ ਦੁਖੀ ਨਾ ਕਰੇ। ਨਾ ਸਾਡਾ ਖਾਣਾ ਚੰਗਾ ਹੈ, ਨਾ ਸਾਡਾ ਪਾਉਣਾ ਚੰਗਾ ਹੈ, ਔਰ ਨਾ ਹੀ ਸਾਡਾ ਵਿਹਾਰ ਚੰਗਾ ਹੈ, ਨਾ ਸਾਡਾ ਆਹਾਰ ਚੰਗਾ ਹੈ। ਇਸ ਕਰਕੇ ਅਸੀਂ ਦੁਖੀ ਸੰਸਾਰ ਵਿੱਚ ਪਰਮਾਤਮਾ ਨੂੰ ਕੀ ਕੀਤਾ, ਉਸ ਧਰਤੀ 'ਤੇ ਅਵਤਾਰ ਧਾਰਨ ਕਰਨਾ ਪਿਆ, ਕਿਉਂਕਿ ਇੱਥੇ ਪਾਪ ਜ਼ਿਆਦਾ ਹੁੰਦਾ ਸੀ। ਇੱਕ ਫਰਮਾਇਸ਼ ਆਈ ਹੈ, ਉਹ ਹੁਣ ਦੀ ਨਹੀਂ, ਅੱਧਾ ਘੰਟਾ ਪਹਿਲਾਂ ਦੀ ਫਰਮਾਇਸ਼ ਆਈ ਹੈ। ਉਸ ਵੇਲੇ ਕੀ ਕੀਤਾ, ਇਹ ਕਥਾ ਤੇ ਮੈਂ ਉਸ ਪਾਸੇ ਨਹੀਂ ਲੈ ਕੇ ਚੱਲਿਆ, ਮੈਂ ਤੇ ਗੁਰੂ ਮਹਾਰਾਜ ਪਾਸੇ ਲੈ ਕੇ ਆਉਣ ਲੱਗਾ। ਤੁਹਾਨੂੰ ਕਿਉਂ ਆਉਣਾ ਪਿਆ ਪਰਮਾਤਮਾ ਨੂੰ ਇੱਕ ਸੰਤ ਰੂਪ ਵਿੱਚ? ਪਿਆਰੀ ਸਾਧ ਸੰਗਤ, ਉੱਥੋਂ ਦੇ ਜੀਵਾਂ ਦਾ ਸੁਧਾਰ ਕਰਨ ਵਾਸਤੇ, ਉਸ ਇਲਾਕੇ ਦਾ ਸੁਧਾਰ ਕਰਨ ਵਾਸਤੇ, ਉਹਨਾਂ ਭਗਤਾਂ ਦੀ ਪੁਕਾਰ ਸੁਣਨ ਵਾਸਤੇ। ਤੋ ਇਹ ਬੜੇ ਚਿਰ ਦੀ ਗੱਲ ਹੈ। ਆਪਣੀ ਬੁੱਧੀ ਦੇ ਨਾਲ ਮਹਾਰਾਜ ਨੇ ਕਿਰਪਾ ਕੀਤੀ ਤੇ ਇਹਨੂੰ ਕਲਮਬੱਧ ਕੀਤਾ ਹੈ। ਬੜੀ ਦੇਰ ਦਾ ਮਹਾਰਾਜ ਦੀ ਹਜ਼ੂਰੀ ਵਿੱਚ ਹੀ, ਮਹਾਰਾਜ ਸ੍ਰੀ ਦੇ ਹੁੰਦਿਆਂ ਹੀ ਇਹਨੂੰ ਕਲਮਬੰਦ ਕੀਤਾ ਹੈ। ਤੋ ਇਸ ਕਰਕੇ ਇਹਨਾਂ ਨੇ ਕਿਹਾ ਭਈ
होर तो भावें कुछ बोलो ना बोलो, पर यह चीज़ जरूर बोलो। ये शब्द जड़ा है मारी दा गल की नंगली वाले दा, तो ये तुसीं जरूर बोलना है अवतार दा। इस करके मैं ये कापी लैके इत्थे भेज के पहले में रख ली सी। आओ सारे प्यार नाल सारे बोलना है, तो साड़ियाँ सारे हाजरियाँ कबूल कर लें गुरु महाराज जी। माँ का नाम सी राधा, पिता का नाम सी प्रभ दयाल। ते बुद्धि ने विचार करके की आवाज दी, माता राधे सुनिए पुकार तेरी नी, गोदी विच आया अवतार तेरी नी। माता राधे सुनिए पुकार तेरी नी, गोदी विच आया अवतार तेरी नी। माता राधे सुनिए पुकार तेरी नी, अवतार तेरी नी। माता राधे सुनिए पुकार तेरी नी, गोदी विच आया अवतार तेरी नी। माता राधे सुनिए पुकार तेरी नी, गोदी विच आया अवतार तेरी नी। माता राधे सुनिए पुकार तेरी नी, गोदी विच आया अवतार तेरी नी। माता राधे सुनिए पुकार तेरी नी, गोदी विच आया अवतार तेरी नी। माता राधे सुनिए पुकार तेरी नी, गोदी विच आया अवतार तेरी नी। इस अवतार दी निराली जई शान, इस अवतार दी निराली जई शान। इस अवतार दी निराली जई शान। इस अवतार दी निराली जई शान। बाल रूप तारे अज तेरी आया शामे, बाल रूप तारे अज तेरी आया शामे। बड़ी बात अज उन्हें पाई फेरी नी, गोदी विच आया अवतार तेरी नी। माता राधे सुनिए पुकार तेरी नी, गोदी विच आया अवतार तेरी नी। माता राधे तेरी नी, अवतार तेरी नी। माता राधे सुनिए पुकार तेरी नी, गोदी विच आया अवतार तेरी नी। याद रखो शुरू का अवतार कलयुग का की किहड़ा गिणिया गया है? संत अवतार गिणिया गया है। तो मैं अवतार की परिभाषा भी दसना हुन्ना है। अवतार दो तरह का हुंदा है, एक संत अवतार है, एक नित अवतार है, एक निमित्त अवतार है। तो निमित्त तो दोवें बनते हैं। संत जिहड़ा है वो नित अवतार क्यों गिणिया गया है? वो नाम जपाउंदा जपाउंदा संसार चो जाता है, मुड़ के फिर उसकी ड्यूटी लग गई, चल भी पिछे फिर तू। ये नित अवतार हो गया। पहलों जनक अवतार आए गुरु नानक देव जी। मैं जिवें सिर भी एक बेनती की, राती बेनती की, पता नहीं कि जदों गुरु नानक देव महाराज जी समुद्र की सैर करते पे ने, बरेते से जा रहे हैं, तो उन्हें पूछया मरदाने ने पूछा, मारे कित्थे तुरे जा रहे हैं? इधर भी पानी विचार बरेता है। तो उत्थे जन्म साखी दे भी लिखिया है, कहते ने ये 7 मील ये चौड़ा है, तो ये मेरे ख्याल 16 मील है कि 14 मील लंबा है। कहते ने असी मगरमच्छ जा रहे हैं, तो बरेता पिया है।
ਕਹਿੰਦੇ ਮਹਾਰਾਜ ਜੀ ਐਡਾ ਵੱਡਾ ਮਗਰਮੱਛ? ਕਹਿੰਦੇ ਜਦੋਂ ਜਨਕ ਅਵਤਾਰ ਸੀ ਅਸੀਂ, ਉਦੋਂ ਸਾਡੀ ਭੈਣ ਦਾ ਨਾਂ ਸੀ ਗਾਰਗੀ, ਜਿਹੜੀ ਮਾਤਾ ਸੁਲੱਖਣੀ ਬੇਬੇ ਨਾਨਕੀ ਆਈ। ਬੇਬੇ ਨਾਨਕੀ ਜਿਹੜੀ ਹੈ ਨਾ, ਬੇਬੇ ਨਾਨਕੀ ਬੇਬੇ ਨਾਨਕੀ ਕਹਿੰਦੇ ਕੀ ਕਹਿੰਦੇ ਹੋ? ਬੇਬੇ ਨਾਨਕੀ ਕਹਿੰਦੇ ਹੋ ਨਾ? ਉਹਨੂੰ ਆਪਣੇ ਆਪ ਤੇ ਵਿਸ਼ਵਾਸ ਨਹੀਂ ਰਿਹਾ ਹੁਣ। ਕਹਿੰਦੇ ਨੇ ਕਿ ਉਹ ਸਾਡੀ ਭੈਣ ਸੀ, ਉਹ ਦੁਬਾਰਾ ਫਿਰ ਸਾਡੀ ਭੈਣ ਬਣ ਕੇ ਆਈ ਹੈ। ਕਹਿੰਦੇ ਨੇ ਕਿ ਉਸ ਵੇਲੇ ਸਾਡੇ ਰਾਜ ਦੇ ਵਿੱਚ ਕੀ ਹੈ, ਕਈ ਸੇਵਕਾਂ ਦਾ ਬਹੁਤਾਂ ਦਾ ਜੀ ਕਰਦਾ ਹੈ, ਬੀਬੀਆਂ ਦਾ ਵੀ ਬੰਦਿਆਂ ਦਾ ਵੀ, ਖਾ ਕੇ ਅਸੀਂ ਚੰਗਾ ਚੋਖਾ ਮਿਲ ਜਾਵੇ ਅਸੀਂ ਲੇਟੇ ਮਾਰੀਏ, ਸੇਵਾ ਨਾ ਕਰੀਏ। ਯਾਦ ਰੱਖੋ ਇਹ ਕਰਮ ਸਾਨੂੰ ਭੋਗਣਾ ਪੈਣਾ। ਜੇ ਨਹੀਂ ਤੇ ਮਰਦਾਨੇ ਨੇ ਪੁੱਛਿਆ ਜੀ ਇਹ ਮਗਰਮੱਛ ਏਡਾ ਵੱਡਾ ਬਣ ਕਿੱਦਾਂ ਗਿਆ? ਉਹ ਕਹਿੰਦੇ ਨੇ ਜਦੋਂ ਜਨਕ ਅਵਤਾਰ ਸੀ ਇਹਨੂੰ ਮਹੰਤ ਬਣਾਇਆ ਸੀ, ਵੱਡਾ ਅਸੀਂ ਇਹ ਸਾਰਾ ਖਜ਼ਾਨਾ ਇਹਦੇ ਹਵਾਲੇ ਕੀਤਾ ਹੋਇਆ ਸੀ। ਇਹ ਜਿਸ ਪਾਸੇ ਸਤਸੰਗ ਹੁੰਦਾ ਸੀ, ਕੀਰਤਨ ਹੁੰਦਾ ਸੀ, ਉਧਰ ਦਾ ਗੱਲ ਕੀ ਸਾਰਾ ਇਹਨੂੰ ਸੌਂਪਿਆ ਹੋਇਆ ਸੀ। ਲੰਗਰ ਦਾ ਖਜ਼ਾਨਾ, ਸੇਵਾ ਦਾ ਸੰਭਾਲ ਸਾਰੀ ਸੌਂਪੀ ਹੋਈ ਸੀ। ਇਹ ਚੰਗਾ ਚੋਖਾ ਖਾ ਕੇ ਆਪ ਮੰਜੇ 'ਤੇ ਲੇਟਿਆ ਰਹਿੰਦਾ ਸੀ ਜਾਂ ਥੱਲੇ ਪਾਸੇ ਮਾਰਦੇ ਰਹਿੰਦਾ ਸੀ। ਕਹਿੰਦੇ ਇਹਦੀਆਂ ਸ਼ਿਕਾਇਤਾਂ ਗਈਆਂ ਸਾਡੇ ਕੋਲ, ਕਹਿੰਦੇ ਮਹਾਰਾਜ ਜੀ ਬਾਕੀ ਸਾਰੇ ਸੇਵਾ ਕਰਦੇ ਨੇ, ਉਹ ਸੇਵਾ ਨਹੀਂ ਕਰਦਾ। ਕਹਿੰਦੇ ਅਸੀਂ ਆਪ ਛਾਪਾ ਮਾਰਿਆ, ਇੱਕ ਦਿਨ ਤੁਰ ਕੇ ਵੀ ਜਾ ਕੇ ਵੇਖਿਆ, ਇਹ ਘਰਾੜੇ ਮਾਰ ਰਿਹਾ ਸੀ ਤੇ ਪਾਸੇ ਮਾਰ ਰਿਹਾ ਸੀ। ਸਾਡੇ ਮੂੰਹ ਨਿਕਲ ਗਿਆ, ਉਹ ਕੀ ਮਗਰਮੱਛ ਦੀ ਤਰ੍ਹਾਂ ਪਾਸੇ ਮਾਰ ਰਹੇ ਹੈ? ਇੰਨੀ ਗੱਲ ਕੀਤੀ, ਤੈਨੂੰ ਜਾਗ ਆ ਗਈ, ਤੈਨੇ ਸੁਣ ਵੀ ਲਿਆ ਤੇ ਇਹ ਰੋਣ ਲੱਗ ਪਿਆ। ਕਹਿੰਦਾ ਜੀ ਮੈਂ ਮਗਰਮੱਛ ਤੇ ਜ਼ਰੂਰ ਬਣਾਂਗਾ ਹੁਣ। ਸੰਤ ਬੋਲੇ ਸਹਿ ਸੁਭਾਏ, ਸੰਤ ਕਾ ਬੋਲਿਆ। ਫਿਰ ਸੰਤ ਵੀ ਕਿਹੜੇ ਸਨ? ਤਤਵੇਤਾ ਸੰਤ ਸਨ। ਰਾਜਾ ਜਨਕ ਇੱਕ ਉਹ ਰਾਜਾ ਹੋਇਆ ਹੈ ਜਿਸ ਨੇ ਸੁਖਦੇਵ ਮੁਨੀ, ਜਿਹੜਾ 12 ਸਾਲ ਗਰਭ 'ਚ ਰਹਿ ਕੇ ਗਿਆਨ ਪ੍ਰਾਪਤ ਕੀਤਾ ਤੇ ਗੱਲ ਕੀ ਜਨਮ, ਜਿਹਨੂੰ ਇੰਨਾ ਗਿਆਨ ਸੀ ਮੈਂ ਜਨਮ ਨਹੀਂ ਲੈਣਾ, ਮਾਇਆ ਨੇ ਘੇਰ ਲੈਣਾ ਹੈ, ਉਸ ਨੇ ਗੱਲ ਕੀ ਉਹਦਾ ਗੱਲ ਕੀ ਉਹਦਾ ਗੁਰੂ ਬਣਿਆ ਸੁਖਦੇਵ ਮੁਨੀ ਦਾ। ਇੰਨਾ ਗਿਆਨੀ ਰਾਜਾ ਹੋਇਆ। ਉਸ ਵੇਲੇ ਕੀ ਕੀਤਾ ਕਿ ਉਹਨੇ ਕਿਹਾ ਜੀ ਮੈਂ ਹੁਣ ਮਗਰਮੱਛ ਤੇ ਜ਼ਰੂਰ ਬਣੂੰਗਾ, ਪਰ ਮੇਰਾ ਕਲਿਆਣ ਤੁਸੀਂ ਕਰਨਾ ਹੈ, ਮੇਰਾ ਕਲਿਆਣ ਤੁਸੀਂ ਕਰਨਾ ਹੈ, ਇਹ ਕਿਰਪਾ ਕਰ ਦਿਓ, ਮੈਨੂੰ ਵਚਨ ਦੇ ਦਿਓ। ਤੇ ਕਹਿੰਦੇ ਨੇ ਰਾਜਾ ਜਨਕ ਉਸ ਵੇਲੇ ਹੱਸ ਪਿਆ। ਕਹਿੰਦੇ ਨੇ ਹੁਣ ਛਡਾਉਣ ਵਾਸਤੇ ਤੈਨੂੰ ਸਾਨੂੰ ਜਨਮ ਲੈਣਾ ਪੈਣਾ ਹੈ। ਤਾਂ ਜਾ ਕੇ ਰਾਏ ਭੋਜੀ ਤਲਵੰਡੀ 'ਚ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਨ ਕੀਤਾ। ਤੇ ਉਦਾਸੀਆਂ ਦੇ ਜਦੋਂ ਜਿਹੜੀਆਂ 4 ਉਦਾਸੀਆਂ ਸਨ, ਇਹ ਇਹਨਾਂ ਜੀਵਾਂ ਦੇ ਤਾਰਨ ਵਾਸਤੇ ਲਈਆਂ ਸਨ। ਉਹ ਸੈਰ ਕਰਨ ਨਹੀਂ ਸਨ ਜਾਂਦੇ। 4 ਉਦਾਸੀਆਂ ਮੇਨ ਗਿਣੀਆਂ ਗਈਆਂ ਨੇ ਵਿੱਚ, ਜਨਮ ਸਾਖੀ 4 ਉਦਾਸੀਆਂ ਨੇ। ਪਰ ਜੇ ਧਿਆਨ ਨਾਲ ਗਹੁ ਨਾ ਪੜ੍ਹੀਏ ਤੇ ਬਾਣੀ ਵੀ ਉਹਨਾਂ ਦੀ ਪੜ੍ਹੀਏ ਤੇ ਉਹਨਾਂ ਸਾਰੀ ਜ਼ਿੰਦਗੀ ਉਦਾਸੀ ਵਿੱਚ ਗੁਜ਼ਾਰੀ ਹੈ। ਬਚਪਨ 'ਚ ਹਾਸਾ ਕਿੱਥੇ ਵਿਖਾਇਆ ਉਹਦਾ? ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਹਾਸਾ ਵਿਖਾਇਆ ਕਿਤੇ ਨਹੀਂ ਵਿਖਾਇਆ ਹਾਸਾ। ਸਾਰੀ ਜ਼ਿੰਦਗੀ ਉਦਾਸੀ 'ਚ ਗੁਜ਼ਾਰ ਦਿੱਤੀ। ਮੂੰਹ ਚੁੱਪ ਕਰਕੇ ਕੀ ਕੀਤਾ? ਰੋਟੀ ਖਾਣੀ ਹੈ, ਖਾਧੀ ਹੈ, ਨਹੀਂ ਖਾਧੀ, ਚੁੱਪ ਕਰਕੇ ਧੁੱਪੇ ਪਿਆ ਹੈ। ਤੇ ਗੱਲ ਕੀ ਉਹ ਮੂੰਹ ਵਿੱਚ ਪੜੀ ਜਾਂਦੇ ਨੇ, ਮਾਲਕ ਦਾ ਸਿਮਰਨ ਕਰੀ ਜਾਂਦੇ ਨੇ। ਤੇ ਮਾਤਾ ਕਹਿੰਦੀ ਹੈ ਤੂੰ ਗੱਲ ਕੀ ਮੂੰਹ ਵਿੱਚ ਕੁਝ ਪੜੀ ਜਾਣਾ, ਕੁਝ ਬੋਲਿਆ ਕਰ, ਸਾਡੇ ਨਾਲ ਗੱਲ ਕਰਿਆ ਕਰ। ਇਹ ਜਿਹੜੀ ਸਾਨੂੰ ਭਾਸ਼ਾ ਚੰਗੀ ਨਹੀਂ ਲੱਗਦੀ ਤੇਰੀ, ਇਹ ਭਾਸ਼ਾ ਨਹੀਂ ਚੰਗੀ ਲੱਗਦੀ ਤੇਰੀ। ਤੇ ਕਹਿੰਦੇ ਇਹ ਨਾ ਕਰਿਆ ਕਰ, ਸਾਡੇ ਨਾਲ ਗੱਲਾਂ ਕਰ, ਕੋਈ ਧੰਦਾ ਕਰਿਆ ਕਰ, ਕੋਈ ਪੜ੍ਹਿਆ ਕਰ, ਕੋਈ ਲਿਖਿਆ ਕਰ। ਤੇ ਗੁਰੂ ਨਾਨਕ ਦੇਵ ਮਹਾਰਾਜ ਜਿਹੜੇ ਸਨ ਉਹਨਾਂ ਦਾ ਹਾਸਾ ਨਿਕਲ ਗਿਆ। ਮਾਂ ਦੀ ਗੱਲਾਂ ਸੁਣ ਕੇ। ਮਾਂ ਜਿਹੜੀ ਹੈ ਮਾਂ ਹੀ ਹੁੰਦੀ ਹਰ ਇੱਕ ਦੀ। ਮਾਂ ਦਾ ਜਿਹੜਾ ਦਿੱਤਾ ਹੁੰਦਾ ਕਰਜ਼ਾ ਅਸੀਂ ਚੁਕਾ ਨਹੀਂ ਸਕਦੇ।
ਮਾਂ ਜਿਹੜੀ ਹੈ ਉਹ ਗਿੱਲੇ ਥਾਂ ਆਪ ਪੈ ਜਾਂਦੀ ਹੈ, ਸੁੱਕੇ ਥਾਂ 'ਤੇ ਬੱਚੇ ਨੂੰ ਪਾ ਕੇ ਰੱਖਦੀ ਹੈ। ਮਾਂ ਡਿੱਗ ਪਵੇ ਤੇ ਫਿਰ ਹੱਥੋਂ ਬੱਚਾ ਡਿੱਗ ਪਵੇ ਤੇ ਉਹਨੇ ਕੀ ਕਹਿਣਾ ਹੈ? ਉਹਨੇ ਗਾਲ ਮੁੰਡੇ ਨੂੰ ਨਹੀਂ ਕਰਨੀ, ਕਹਿੰਦੇ ਮਾਂ ਮਰੇ ਮੇਰਾ ਪੁੱਤਰ ਗਿਰ ਗਿਆ। ਫਿਰ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਹੱਸ ਕੇ ਕਹਿੰਦੇ ਨੇ ਮਾਤਾ ਇਹ ਮੈਂ ਨਹੀਂ ਛੱਡ ਸਕਦਾ, ਜੋ ਮੈਂ ਸ਼ੁਰੂ ਕੀਤਾ ਹੈ ਨਾ ਇਹ ਛੱਡ ਨਹੀਂ ਸਕਦਾ। ਅਵਤਾਰ ਹੈ, ਸੰਤ ਅਵਤਾਰ ਹੈ ਗੁਰੂ ਨਾਨਕ ਦੇਵ। ਕਹਿੰਦੇ ਮਾਤਾ ਮੈਂ ਛੱਡ ਨਹੀਂ ਸਕਦਾ। ਕਹਿੰਦੇ ਕਿਉਂ ਨਹੀਂ ਛੱਡ ਸਕਦਾ? ਤੇ ਉਹਨਾਂ ਨੇ ਜਵਾਬ ਵੀ ਦਿੱਤਾ, ਇਹ ਆਖਾਂ ਤੇ ਜਿਉਂਦਾ ਹਾਂ ਵਿਸਰੇ ਮਰ ਜਾਵਾਂ ਮਾਤਾ, 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 ਆਖਾਂ ਤੇ ਜਿਉਂਦਾ ਹਾਂ ਵਿਸਰੇ ਮਰ ਜਾਵਾਂ ਮਾਤਾ, ਆਖਾਂ ਤੇ ਜਿਉਂਦਾ ਹਾਂ ਵਿਸਰੇ ਮਰ ਜਾਵਾਂ ਮਾਤਾ, ਆਖਾਂ ਤੇ ਜਿਉਂਦਾ ਹਾਂ ਵਿਸਰੇ ਮਰ ਜਾਵਾਂ ਮਾਤਾ, ਆਖਾਂ ਤੇ ਵਿਸਰੇ ਮਰ ਜਾਵਾਂ ਮਾਤਾ। ਪਿਆਰੀ ਸਾਧ ਸੰਗਤ ਮੈਂ ਤੁਲਨਾ ਕਰ ਰਹੀ ਹਾਂ, ਉਹ ਵੀ ਸੰਤ ਅਵਤਾਰ ਸਨ। ਹੁਣ ਇੱਧਰ ਤੇਰੀ ਦੀ ਨਗਰੀ ਦੇ ਵਿੱਚ ਅਵਤਾਰ ਧਾਰਨ ਕੀਤਾ ਤੇ ਗੁਰੂ ਮਹਾਰਾਜ ਜੀ ਕੀ ਕਰਦੇ ਨੇ? ਉਹ ਵੀ ਕਿਸੇ ਨਾਲ ਬੋਲਦੇ ਨਹੀਂ ਗਏ। ਬਚਪਨ ਦੇ ਵਿੱਚ ਕੀ ਹੈ? ਬੱਚਾ ਰੋਂਦਾ ਹੈ, ਇਸ ਬੱਚੇ ਦੇ ਇਹ ਬੱਚਾ ਰੋਇਆ ਨਹੀਂ। ਜਨਮ ਜੇ ਇਤਿਹਾਸ ਪੜ੍ਹ ਕੇ ਵੇਖੀਏ ਤੇ ਬੱਚਾ ਰੋਇਆ ਨਹੀਂ, ਚਿਹਰੇ ਤੇ ਜਲਾਲ ਹੈ, ਚਿਹਰੇ ਉੱਤੇ ਨੂਰ ਹੈ। ਔਰ ਜਿਹੜੀ ਵੀ ਇਸਤਰੀ ਦੇਖਦੀ ਹੈ ਕਹਿੰਦੀ ਹੈ ਭੈਣ ਰਾਧੇ ਦਿਲ ਕਰਦਾ ਇਹਦੇ ਮੂੰਹ ਵੱਲ ਵੇਖੀ ਜਾਈਏ। ਤੇ ਉਹ ਕੀ ਕਰਦੀ ਹੈ? ਕੰਨ ਲਾਗੇ ਉਹਨੇ ਕੀਤਾ ਜਨਮ ਤੋਂ ਹੀ ਗੱਲ ਕੀ, ਕੰਨ ਲਾਗੇ ਟਿੱਕਾ ਲਾ ਦਿੱਤਾ ਤਵੇ ਦੇ ਨਾਲ ਕਾਲ ਖਿਲਾ ਕੇ ਟਿੱਕਾ ਲਾ ਦਿੱਤਾ ਵੀ ਕਿਤੇ ਨਜ਼ਰ ਨਾ ਲੱਗ ਜਾਵੇ ਇਸ ਨੂੰ। ਤੇ ਮਹਾਰਾਜ ਜੀ ਬਚਪਨ ਵਿੱਚ ਅਵਤਾਰ ਹੈ ਤੇ ਉਹਨਾਂ ਨੇ ਬਚਪਨ ਰੂਪ ਧਾਰਨ ਕੀਤਾ ਹੈ। ਇਹ ਰਾਮ ਵੀ ਆਇਆ ਬਚਪਨ 'ਚ, ਕ੍ਰਿਸ਼ਨ ਵੀ ਆਇਆ ਹੈ ਤੇ ਇਹ ਗੁਰੂ ਮਹਾਰਾਜ ਜੀ ਵੀ ਬਚਪਨ ਵਿੱਚ, ਗੁਰੂ ਨਾਨਕ ਦੇਵ ਜੀ ਵੀ ਆਏ ਨੇ ਤੇ ਇਹਨਾਂ ਨੇ ਵੀ ਉਹੀ ਲੀਲਾ ਵਿਖਾਈ। ਉਹਨਾਂ ਨੇ ਤੇ ਲੀਲਾ ਹੋਰ ਵਿਖਾਈ, ਹਰ ਇੱਕ ਦੀ ਲੀਲਾ ਵੱਖਰੀ ਵੱਖਰੀ ਹੈ। ਉਹ ਬਚਪਨ ਵਿੱਚ ਕ੍ਰਿਸ਼ਨ ਜਿਹੜਾ ਸੀ ਉਹ ਕੀਤਾ, ਉਹ ਬਚਪਨ ਦੇ ਵਿੱਚ ਹੀ ਉਹ ਕੀਤਾ ਕਿ ਉੱਤੇ ਮੀਂਹ ਪੈਣ ਡਿਆ, ਸ਼ੇਸ਼ਨਾਗ ਨੇ ਸ਼ਿਵ ਸ਼ਈਆ ਕੀਤੀ ਹੈ, ਉਹ ਗੋਕੁਲ 'ਚ ਪਹੁੰਚ ਗਿਆ। ਜਦੋਂ ਲੈ ਕੇ ਗਏ ਠੰਡੀ ਹਵਾ ਹੈ, ਕਿਆ ਬੱਚੇ ਨੂੰ ਉਸ ਵੇਲੇ ਸਰਦੀ ਨਹੀਂ ਲੱਗੀ ਹੋਏਗੀ? ਜੇ ਆਪਣੀ ਬੁੱਧੀ ਨਾਲ ਸੋਚਿਆ ਜਾਵੇ ਛਿੱਟਾਂ ਨਹੀਂ ਪਈਆਂ ਹੋਣਗੀਆਂ। ਪਰ ਸ਼ੇਸ਼ਨਾਗ ਨੇ ਗੱਲ ਕੀ ਕੀਤਾ, ਭਾਵੇਂ ਜਿੰਨਾ ਮਰਜ਼ੀ ਬਚਾ ਕਰ ਲਏ ਛਤਰੀ, ਫਿਰ ਵੀ ਛਿੱਟਾਂ ਪੈ ਜਾਂਦੀਆਂ ਨੇ। ਇਸ ਤਰ੍ਹਾਂ ਹੀ ਹੁਣ ਗੁਰੂ ਮਹਾਰਾਜ ਜੀ 3 ਮਹੀਨੇ ਸਨ। 3 ਮਹੀਨੇ ਦਾ ਬੱਚਾ ਕੀ ਹੁੰਦਾ ਹੈ? ਮਾਤਾ ਕਹਿੰਦੀ ਹੈ ਮੈਂ ਤੇ ਨਰਾਤੇ ਚੱਲ ਰਹੇ ਨੇ ਤੇ ਉੱਥੇ ਪਹਾੜੀ ਉੱਤੇ ਮਾਤਾ ਦਾ ਮੰਦਿਰ ਸੀ ਤੇ ਉੱਥੇ ਜਾ ਕੇ ਮਾਤਾ ਕਹਿੰਦੀ ਮੈਂ ਤੇ ਜ਼ਰੂਰ ਜਾਣਾ ਹੈ। ਉਹ ਬੱਚੇ ਨੂੰ ਨਾਲ ਲੈ ਗਈ। ਉੱਥੇ ਮਾਰੀ ਲੀਲਾ ਕੀ ਕੀਤੀ? ਉਹ ਮਾਤਾ ਗਈ ਹੈ, ਉਹ ਮਾਤਾ ਦੀ ਪੂਜਾ ਕਰਨ ਵਾਸਤੇ, ਮੱਥਾ ਟੇਕਣ ਵਾਸਤੇ। ਤੇ ਉਹਨਾਂ ਕਹਿ ਕੇ ਬੱਚੇ ਨੂੰ ਕਿਹਨੂੰ ਫੜਾ ਕੇ ਜਾਈਏ? ਕਹਿੰਦੇ ਬੱਚੇ ਨੂੰ ਨਾਲ ਲੈ ਜਾਂਦੀ ਹੈ, ਇਹਨੂੰ ਵੀ ਮੱਥਾ ਟਿਕਾ ਦੇਂਗੇ। ਹੋਰ ਜਿਹਨੂੰ ਇਹ ਤੇ ਮਾਤਾ ਨੂੰ ਪਤਾ ਨਹੀਂ ਸੀ ਵੀ ਜਿਹਨੂੰ ਕੁੱਲ ਦੁਨੀਆ ਨੇ ਮੱਥਾ ਟੇਕਣਾ ਹੈ ਉਹਨੂੰ ਮੱਥਾ ਟਿਕਾਉਣਾ ਅਸੀਂ।
ਜਿਹਨੂੰ ਕੁੱਲ ਦੁਨੀਆ ਨੇ ਪੂਜਣਾ ਹੈ, ਜਿਹਦੀ ਕੁੱਲ ਦੁਨੀਆ ਨੇ ਪੂਜਾ ਕਰਨੀ ਹੈ, ਕੋਈ ਐਸਾ ਸਾਨੂੰ ਪਿੰਡ ਨਜ਼ਰ ਨਹੀਂ ਆਇਆ, ਕੋਈ ਐਸਾ ਕੋਈ ਸ਼ਹਿਰ ਨਜ਼ਰ ਨਹੀਂ ਆਇਆ ਜਿੱਥੇ ਉਹਨਾਂ ਦੀ ਫੋਟੋ ਨਹੀਂ ਲੱਗੀ ਹੋਈ। ਜਿਹਨੇ ਆਪਣੇ ਸਤਿਗੁਰ ਦੀ ਪੂਜਾ ਕੀਤੀ ਹੈ, ਉਹਦੀ ਪੂਜਾ ਸਾਰਾ ਜਹਾਨ ਕਰਦਾ ਹੈ। ਤਿੰਨ ਜਗ ਪੂਜ ਕਰਾਵੇ ਰਾਮ ਰਾਜ। ਬਾਣੀ ਵਿੱਚ ਮਹਾਰਾਜ ਨੇ ਇਸ਼ਾਰਾ ਕਰ ਦਿੱਤਾ। ਜਿਸ ਵੇਲੇ ਹੁਣ ਜਾਂਦੀ ਹੈ, ਉੱਥੇ ਜਾ ਕੇ ਕੀ ਵੇਖਿਆ ਕਿ ਬੱਚੇ ਨੂੰ ਗਾਂ ਖੜਿਆ ਕਿਤੇ ਪਿਸ਼ਾਬ ਨਾ ਕਰਦੇ। ਉਹਨਾਂ ਵਾਸਤੇ ਬੱਚਾ ਹੀ ਹੈ, ਉਹਨੂੰ ਕੀ ਪਤਾ ਅਵਤਾਰ ਹੈ, ਜੀਵ ਬੁੱਧੀ ਹੈ ਮਾਤਾ ਦੀ। ਚਬੂਤਰਾ ਸੀ, ਇੱਕ ਚਬੂਤਰ ਲੰਮੇ ਪਾ ਕੇ ਮੱਥਾ ਟੇਕਣ ਗਈ ਹੈ, ਉਸ ਵੇਲੇ ਆਈ ਹੈ, ਵੇਖਿਆ ਤੇ ਉੱਥੋਂ ਉਹਨਾਂ ਸਰੀਰ ਅਲੋਪ ਕਰ ਲਿਆ। ਇੱਕ 3 ਮਹੀਨੇ ਦਾ ਬੱਚਾ, ਜੰਗਲੀ ਰਸਤਾ ਸਾਰਾ, ਆਸੇ ਪਾਸੇ ਬੰਦਰ ਦੇ ਜੰਗਲ ਹੈ, ਜੰਗਲ ਹੈ। ਆਣ ਕੇ ਵੇਖਿਆ ਬੱਚਾ ਨਹੀਂ, ਇਧਰ ਝਾਤੀ ਮਾਰੀ, ਉਹਨੂੰ ਪੁੱਛਿਆ ਕਿਸੇ ਨੂੰ ਪੁੱਛਿਆ, ਕੋਈ ਗੱਲ ਕੀ ਤੂੰ ਆਪੇ ਰੱਖ ਕੇ ਗਈ ਸੀ ਇੱਥੇ। ਰੋਣ ਲੱਗ ਪਈ, ਭਾਜਣਾ ਪੈ ਗਈਆਂ ਪੁਜਾਰੀ ਤੱਕ। ਤੋ ਉਸ ਵੇਲੇ ਕੀ ਕੀਤਾ, ਦੁਨੀਆ ਤੇ ਗੱਲ ਕੀ ਚਲੇਗੀ ਘਰੋਂ ਕਰੀ, ਪਰ ਕੁਝ ਬੰਦੇ ਜਿਹੜੇ ਉੱਥੇ ਰਹਿਣ ਵਾਲੇ ਰਹੇ ਸਨ, ਉਹ ਨਹੀਂ ਗਏ। ਉਹਨਾਂ ਨੇ ਕਿਹਾ ਵੀ ਇਹ ਤਗੜਾ ਘਰ ਹੈ, ਤੇ ਘਰ ਵਸਦਾ ਹੈ, ਤਗੜਾ ਹੈ, ਤੇ ਤਗੜੇ ਘਰ ਦੇ ਉੱਤੋਂ ਦਾਦੇ ਦਾ ਗੱਲ ਕੀ ਹੁੰਦਾ ਹੈ, ਹਰ ਕੋਈ ਖਿਆਲ ਕਰਦਾ ਕਿ ਮੇਰੀ ਇੱਜ਼ਤ ਬਣੀ ਰਹੇ। ਉਹਨਾਂ ਕਹਿਣਾ ਵੀ ਤੂੰ ਉੱਥੇ ਸੀ, ਤੂੰ ਆ ਗਏ। ਪਰ ਉਹਨਾਂ ਕੀ ਕੀਤਾ ਕਿ ਭਾਲ ਕਰੀਏ, ਇੱਕ ਮੁਸਲਮਾਨ ਨੂਰ ਸੀ, ਨੂਰ। ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਲੈਂਪ ਜਗਾ ਕੇ ਕੀ ਕੀਤਾ ਕਿ ਉਹ ਰਾਤ ਨੂੰ ਗੱਲ ਕੀ ਵੇਖਣਾ ਸ਼ੁਰੂ ਕੀਤਾ। ਕੋਈ ਬੱਚਾ ਸ਼ਾਇਦ ਕੋਈ ਬਾਗ ਚੁੱਕ ਕੇ ਲੈ ਗਿਆ, ਜੰਗਲੀ ਜਾਨਵਰ ਚੁੱਕ ਕੇ ਲੈ ਗਿਆ, ਲੱਭਣਾ ਸ਼ੁਰੂ ਕੀਤਾ। ਪੁਜਾਰੀ ਸੀ, ਪੁਜਾਰੀ ਨੂੰ ਗੱਲ ਕੀ ਆਣ ਕੇ ਹਲਕੀ ਉਹਨਾਂ ਕੀ ਕੀਤਾ, ਜਾ ਕੇ ਨੂਰ ਨੇ ਵੇਖਿਆ ਤੇ ਕੀ ਕੀਤਾ ਕਿ ਉਹ ਬੱਚਾ ਜਿਹੜਾ ਸੀ, ਦਿਨ ਦੀ ਚੜ੍ਹਾਈ ਦੇ ਨਾਲ ਵੇਖਿਆ ਬੱਚਾ ਜਿਹੜਾ ਸੀ ਉਹ ਕੀ ਹੈ, ਸ਼ੇਸ਼ਨਾਗ ਨੇ ਸ਼ਈਆ ਕੀਤੀ ਉੱਤੇ। ਉਹ ਭੱਜਾ ਵਾਪਸ ਆ ਗਿਆ ਮੰਦਰ ਵੱਲ ਆਣ ਕੇ ਕਹਿੰਦਾ ਬੱਚਾ ਮਿਲ ਗਿਆ ਏ। ਜਦੋਂ ਬੰਦਾ ਕਹਿੰਦੇ ਬੱਚਾ ਮਿਲ ਗਿਆ ਹੈ, ਤੇ ਫਿਰ ਕੀ ਕੀਤਾ ਕਿ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਕਿਹਾ ਵੀ ਬਹੁਤ ਵਧੀਆ ਗੱਲ ਹੈਗੀ ਹੈ, ਕਿੱਥੇ ਹੈ ਬੱਚਾ? ਕਹਿੰਦੇ ਨੇ ਬੱਚਾ ਹੈ ਸਹੀ ਹੈ, ਪਰ ਉਹ ਸ਼ੇਸ਼ਨਾਗ ਦੇ ਲਾਗੇ ਉਹਨੇ ਵੇਲਣੇ ਮਾਰੇ ਹੋਏ ਨੇ, ਸ਼ੇਸ਼ਨਾਗ ਦੇ ਪਹਿਰੇ ਦੇ ਵਿੱਚ ਹੈ। ਉਹਨਾਂ ਡਾਂਗਾ ਸੋਟੇ ਫੜ ਲਏ, ਚਲੋ ਚਲੀਏ। ਉਹ ਲੈ ਕੇ ਤੁਰ ਕੇ ਜਾ ਕੇ ਵੇਖਣ ਲੱਗੇ, ਤੇ ਫਿਰ ਕੀ ਕੀਤਾ, ਵੇਖ ਕੇ ਸ਼ੇਸ਼ਨਾਗ ਜਿਹੜਾ ਸੀ ਉਹ ਚਲਾ ਗਿਆ। ਬੱਚਾ ਚੁੱਕ ਕੇ ਲੈ ਆਂਦਾ। ਮਾਤਾ ਨੂੰ ਘਰ ਵਿੱਚ ਜਾ ਕੇ ਪੁਜਾਰੀ ਨੇ ਕਿਹਾ, ਆ ਲਓ ਆਪਣਾ ਬੱਚਾ ਸਹੀ ਸਲਾਮਤ ਹੈ, ਬੱਚਾ ਇੱਥੋਂ ਮਿਲਿਆ ਹੈ। ਖੋਜ ਕੀਤੀ ਗਈ ਵੀ ਬੱਚਾ ਜਿਉਂਦਾ ਰਹਿ ਸਕਦਾ ਹੀ ਨਹੀਂ। 3 ਮਹੀਨੇ ਦਾ 3 ਦਿਨ ਬੱਚਾ ਬਾਹਰ ਰਹੇ, ਨਾ ਦੁੱਧ ਨਾ ਪਾਣੀ। ਹਰ ਇੱਕ ਦਾ ਖਿਆਲ ਸੀ ਕਿ ਇੱਕ ਰਾਤ ਹੈ, ਰਾਤ ਦਾ ਹਨੇਰਾ, ਦੂਜਾ ਬੱਚਾ ਹੈ, ਬੱਚੇ ਨੇ ਨਾ ਪਾਣੀ ਪੀਤਾ ਨਾ ਦੁੱਧ ਪੀਤਾ, 3 ਮਹੀਨੇ ਦਾ ਬੱਚਾ ਹੈ, ਬੱਚਾ ਬਚ ਸਕਦਾ ਹੀ ਨਹੀਂ। ਇਸੇ ਕਰਕੇ ਗੱਲ ਕੀ ਲਿਖਿਆ ਹੈ, इस अवतार दी निराली जही शान, इस अवतार दी निराली जही शान, इस अवतार दी निराली जही शान, इस अवतार दी निराली जही शान। बाल रूप तार अज तेरी आया शामे, बाल रूप तार अज तेरी आया शामे, बाल रूप तार अज तेरी आया शामे, बाल रूप तार अज तेरी आया शामे। बड़ी देर अज पाई फेरी नी, गोदी विच आया अवतार तेरी नी, बड़ी देर बाद अज पाई फेरी नी, गोदी विच आया अवतार तेरी नी।
बड़ी देर बाद अज पाई फेरी नी गोदी विच आया अवतार तेरी नी बड़ी देर बाद अज पाई फेरी नी अवतार तेरी नी निराकार छोड़ के साकार रूप आया है निराकार छोड़ के साकार रूप आया है निराकार रूप आया है निराकार छोड़ के साकार रूप आया है निराकार छोड़ के साकार रूप आया है निराकार छोड़ के साकार रूप आया है निराकार रूप आया है भगति दा राह सारे जग नू सिखाया 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 है बाल लीला करन अज आए तेरी नी गोदी विच आया अवतार तेरी नी सारा दे सुनिए पुकार तेरी नी गोदी विच आया अवतार तेरी नी माता राधे सुनिए पुकार तेरी नी गोदी विच आया अवतार तेरी नी माता राधे सुनिए पुकार तेरी नी गोदी विच आया अवतार तेरी नी इस शाम कोलों अज चन शर्माया है इस शाम को माया इस शाम कोलों अज चन शर्माया है इस शाम को अज चन शर्माया सोना है तो तोला गुरा नक ते सजाया है पूरा नक ते सजाया है माया रूपी प्रेमी दी बनाई तेरी नी गोदी विच आया अवतार तेरी नी माया रूपी प्रेमी दी बनाई तेरी नी अवतार तेरी नी माता राधे सुनिए पुकार तेरी नी गोदी विच आया अवतार तेरी नी माता राधे सुनिए पुकार तेरी नी गोदी विच आया अवतार तेरी नी मुगल पठाना दिए नगरी प्यारी है नगरी प्यारी मुगल पठाना दी ओ नगरी प्यारी है मुगल पठाना दी ओ नगरी प्यारी ले आया अवतार जिथे मेरे लीला तारी है ले आया अवतार जिथे मेरे लीला तारी ले आया अवतार जिथे मेरे लीला तारी है ले आया अवतार जिथे मेरे लीला तारी भगतां दे वासे आके नाई देरी नी गोदी विच आया अवतार तेरी नी भगतां दे वस आना नाए तेरी नी गोदी विच आया अवतार तेरी नी ये माता राधे सुनिए पुकार तेरी नी गोदी विच आया अवतार तेरी नी माता राधे सुनिए पुकार तेरी नी गोदी विच आया अवतार तेरी नी प्यारी साध संगत समा थोड़ा है मुंह छोटा है
ਗੁਣ ਅਨੇਕ ਹਨ, ਜੀਵਾ ਏਕ ਕਵਣ ਗੁਣ ਕਵੀਏ। ਕਹਿੰਦੇ ਨੇ ਕਿ ਜੀਭਾ ਮੂੰਹ ਤੇ ਇੱਕ ਹੈ, ਕਿ ਜਦੋਂ ਪ੍ਰਮਾਣ ਦਿੰਦੇ ਹਾਂ ਅਸੀਂ, ਸ਼ੇਸ਼ ਹੰਸ ਮੁਖ ਬਹੁ ਗੁਣ ਗਾਵੇ, ਗੁਰ ਮਹਿਮਾ ਕਾ ਪਾਰ ਨਾ ਪਾਵੇ। ਮੈਂ ਕੋਈ ਮਸਾਲਾ ਲਾ ਕੇ ਨਹੀਂ ਬੋਲ ਰਿਹਾ, ਇੱਕ ਹੁੰਦਾ ਵੈਸੇ ਹੀ ਵਡਿਆਈ ਕਰੀ ਜਾਂਦੇ ਨੇ, ਇੱਕ ਹੁੰਦੀ ਵਡਿਆਈ ਵੈਸੇ ਕਰੀ ਜਾਣੀ। ਵਡਿਆਈ ਜਿਹੜੀ ਹੈ, ਖੋਕੀ ਵਡਿਆਈ ਜਿਹੜੀ ਹੈ, ਉਹ ਨਿੰਦਿਆ ਕਰਨ ਦੇ ਬਰਾਬਰ ਹੋ ਜਾਂਦੀ ਹੈ। ਯਾਦ ਰੱਖਿਓ ਜੀ, ਜਿਹੜੀ ਫੋਕੀ ਵਡਿਆਈ ਕਰਦਾ ਨਾ ਕੋਈ, ਭਾਵੇਂ ਬਜ਼ੁਰਗਾਂ ਦੀ ਕੀਤੀ, ਭਾਵੇਂ ਗੁਰੂ ਦੀ ਕੀਤੀ, ਉਹ ਸਮਝ ਲੈ ਕਿ ਮੈਂ ਨਿੰਦਿਆ ਕਰ ਰਿਹਾ ਉਹਨਾਂ ਦੀ, ਉਹਨਾਂ ਦੀ ਨਿੰਦਿਆ ਕਰਾਉਣ ਡੇ ਆ ਨਾਲ। ਮਹਾਰਾਜ ਜੀ ਦੀ 10-11 ਸਾਲ ਦੀ ਅਵਸਥਾ ਹੋ ਗਈ ਤੇ ਮਹਾਰਾਜ ਜੀ ਕੀ ਕਰਦੇ ਸਨ? ਇਹ ਤੇ ਕੰਮ ਜੋਗੀਆਂ ਦਾ ਸੀ, ਇਹ ਕੰਮ ਸੰਤਾਂ ਦਾ ਸੀ, ਇਹ ਕੰਮ ਸਿਆਣਿਆਂ ਦਾ ਸੀ। ਗੜਵੀ ਜਲਦੀ ਲੈਣੀ ਤੇ ਪਹਾੜੀਆਂ ਦੀ ਕੁੰਦਰ ਵਿੱਚ ਜਾ ਕੇ ਆਰਾਮ ਨਾਲ ਚੌਂਕੜਾ ਮਾਰ ਕੇ ਬਹਿ ਜਾਣਾ। ਹੁਣ ਬੜੀ ਹੈਰਾਨਗੀ ਵਾਲੀ ਗੱਲ ਹੈ, ਸਿਮਰਨ ਤੇ ਉਦੋਂ ਸ਼ੁਰੂ ਹੁੰਦਾ ਜਦੋਂ ਗੁਰੂ ਧਾਰਨ ਕੀਤਾ ਜਾਂਦਾ ਹੈ। ਬਸਤਾ ਮੋਢੇ ਉਦੋਂ ਹੁੰਦਾ ਹੈ, ਕਿਤਾਬਾਂ ਉਦੋਂ ਆਉਂਦੀਆਂ ਨੇ, ਬੱਚਾ ਚੁੱਕਦਾ ਹੈ। ਜਦੋਂ ਸਕੂਲ ਦਾਖਲ ਹੁੰਦਾ ਹੈ, ਅਜੇ ਗੁਰੂ ਦੇ ਨਾਲ ਤੇ ਵਾਸਤਾ ਹੀ ਨਹੀਂ ਪਿਆ। ਹੁਣ ਸਿਮਰਨ ਕਾਹਦਾ ਕਰਦਾ ਸੀ? 3 ਮਹੀਨੇ ਦਾ ਬੱਚਾ ਨੂੰ ਸ਼ੇਸ਼ਨਾਗ ਉੱਤੇ ਆ ਗਿਆ। ਉਧਰ ਗੜਕੀ ਸ਼ਾਮ ਦੀ ਜਿਹੜੀ ਹੈ ਭਗਵਾਨ ਕ੍ਰਿਸ਼ਨ ਦੀ, ਉਹ ਮੀਂਹ ਵਰਸਣ ਡਿਆ ਪਿਆ। ਜਦੋਂ ਗੜਕੀ ਉਹਨੂੰ ਗੋਕੁਲ 'ਚ ਲੈ ਕੇ ਚਲੇ ਤੇ ਉੱਤੇ ਮੀਂਹ ਪੈਂਦਾ ਸੀ ਤੇ ਸ਼ੇਸ਼ਨਾਗ ਨੇ ਉੱਤੇ ਗੜਕੀ ਫਨ ਖਿਲਾਰ ਦਿੱਤੀ। ਉਧਰ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਹੜੇ ਸਨ, ਉਹ ਮੱਝੀਆਂ ਚਾਰਦੇ ਸਨ। ਚਾਰਦਿਆਂ ਕੀ ਹੋਇਆ ਕਿ ਮਹਾਰਾਜ ਆਪ ਲੇਟ ਗਏ ਤੇ ਧੁੱਪ ਆ ਗਈ। ਕੌਤਕ ਰੱਜ ਦਿੱਤਾ ਕੀ ਸ਼ੇਸ਼ਨਾਗ ਨੇ ਵੇਖਿਆ, ਮੁਖ ਤੇ ਗੱਲ ਕੀ ਧੁੱਪ ਆ ਗਈ, ਉਹਨੇ ਆ ਕੇ ਛਾਂ ਕੀਤੀ ਹੋਈ ਹੈ। ਰੂਪ ਅਨੇਕ ਨੇ ਪਰ ਅਕਾਲ ਪੁਰਖ ਏਕ ਹੈ। ਉਹ ਏਕ ਤੋਂ ਅਨੇਕ ਰੂਪਾਂ ਵਿੱਚ ਵੰਡਿਆ ਜਾ ਸਕਦਾ ਹੈ, ਅਸੀਂ ਅਨੇਕ ਰੂਪਾਂ ਵਿੱਚ ਨਹੀਂ ਵੰਡੇ ਜਾ ਸਕਦੇ। ਉਸਨੇ ਨੇ ਕੀ ਕੀਤਾ? ਜਿਸ ਵੇਲੇ ਮਹਾਰਾਜ ਜੀ ਜਿਹੜੇ ਪਹਾੜੀ ਜਾ ਕੇ ਤਪੱਸਿਆ ਕਰਦੇ ਨੇ, ਤਪੱਸਿਆ ਕਰਕੇ ਇੱਕ ਦਿਨ ਕੀ ਕੀਤਾ ਕਿ ਉੱਠੇ ਨੇ ਤੇ ਉਹ ਆਪ ਦੁਨੀਆ ਨੂੰ ਦੇਣ ਵਾਲੇ ਇੱਕ ਪਠਾਨ, ਮੁਸਲਮਾਨ ਪਠਾਨ ਸੀ ਤੇ ਉਹ ਵੱਛੀਆਂ ਚਾਰ ਰਿਹਾ ਸੀ, ਗਊ ਦੀਆਂ। ਗਊਆਂ ਨਹੀਂ ਸੀ, ਵੱਛੀਆਂ ਸਨ। ਪਹਿਲਾਂ ਅਸੀਂ ਪੜ੍ਹਦੇ ਰਹੇ ਹਾਂ ਪਰ ਅਸੀਂ ਗਲਤ ਪੜ੍ਹ ਗਏ। ਜੋ ਇਹਦੀ ਖੋਜ ਕੀਤੀ ਤੇ ਕੀ ਕੀਤਾ ਕਿ ਵੱਛੀਆਂ ਸਨ, ਜਿਹਨੂੰ ਵਹਿੜਾਂ ਕਿਹਾ ਜਾਂਦਾ ਹੈ। ਅਜੇ ਗਊਆਂ ਪੂਰੀਆਂ ਬਣੀਆਂ ਨਹੀਂ। ਤੇ ਉਸਨੇ ਕੀ ਕੀਤਾ ਕਿ ਮਹਾਰਾਜ ਜੀ ਨੇ ਕਿਹਾ, ਪਠਾਨ ਦੇ ਕਾਕੇ ਨੂੰ ਕਿਹਾ, ਉਹਨੇ ਕਿਹਾ ਫਕੀਰ ਹੈ ਕੋਈ ਛੋਟਾ, ਤੇ ਫਕੀਰ ਕੋਲੋਂ ਤੇ ਚੋਰ ਵੀ ਭੈ ਖਾ ਜਾਂਦੇ ਨੇ, ਡਾਕੂ ਵੀ ਭੈ ਖਾ ਜਾਂਦੇ ਨੇ। ਉਹਨੂੰ ਜਿਹਦੇ ਕੋਲ ਹੀ ਕੁਛ ਨਹੀਂ ਹੈਗਾ, ਨਾ ਕੋਈ ਪੈਰੀ ਜੁੱਤੀ ਹੈ ਤੇ ਨਾ ਗੱਲ ਕੀ ਤਨ ਤੇ ਕੱਪੜਾ ਹੈ, ਇੱਕ ਗੜਵੀ ਹੈ, ਲੋਟਾ ਹੈ, ਉਹਦੇ ਬਦਲੇ ਮਾਰਨਾ ਸੀ ਉਹਨੂੰ? ਨਹੀਂ, ਉਹਨਾਂ ਨੇ ਕੀ ਕੀਤਾ? ਸੁਧਾਰਨਾ ਸੀ। ਅੱਗੋਂ ਉਹਨਾਂ ਸੁਧਾਰਨਾ ਸੀ। ਉਹਨੇ ਕਿਹਾ ਇੱਦਾਂ ਕਰ, ਇੱਧਰ ਆ, ਇਸ਼ਾਰਾ ਕੀਤਾ, ਆਇਆ ਕੋਲ, ਕਹਿੰਦਾ ਹਾਂਜੀ ਬਾਬਾ ਜੀ। ਕਹਿੰਦੇ ਇੱਦਾਂ ਕਰ, ਇਹ ਮੈਨੂੰ ਲੋਟਾ ਦੁੱਧ ਦਾ ਚਾਹੀਦਾ ਹੈ, ਇਹ ਗਊ ਹੈ, ਗਊਆਂ ਚਾਰਨ ਡਿਆ ਤੂੰ? ਕਹਿੰਦੇ ਜੀ ਇਹ ਅਸੀਂ ਕਹਿੰਦੇ ਨੇ ਕਿ ਇਹ ਸੂਈਆਂ ਨਹੀਂ ਹੈ, ਪਰ ਉਹਨਾਂ ਦੀ ਭਾਸ਼ਾ ਇਹ ਸੀ, ਇਹ ਵਿਆਹੀਆਂ ਨਹੀਂ ਹੈ। ਹਿੰਦੀ ਭਾਸ਼ਾ 'ਚ ਕਹਿੰਦੇ ਵਿਆਹੀਆਂ ਨਹੀਂ ਹੈ, ਮਤਲਬ ਕਿ ਇਹ ਅਜੇ ਸੂਈਆਂ ਨਹੀਂ ਹੈਗੀਆਂ। ਇਹਦਾ ਮਤਲਬ ਇਹ ਹੈ ਦੁੱਧ ਨਹੀਂ ਦਿੰਦੀਆਂ। ਤਾਂ ਉਹਨਾਂ ਨੇ ਕਿਹਾ ਇੱਧਰ ਆ ਮੇਰੇ ਲਾਗੇ। ਉਹਨੇ ਕਿਹਾ, ਉਹ ਇਸ਼ਾਰਾ ਕਰਕੇ ਕਿਹਾ ਵੀ ਉਹ ਜਿਹੜੀ ਥੱਲੇ ਜਿਹੜੀ ਹੈਗੀ ਹੈ ਗਊ ਹੈ, ਉਹਦੇ ਥੱਲੇ ਜਾ ਕੇ ਬੈਠ ਕੇ ਤੇ ਦੁੱਧ ਕੱਢ। ਪਹਿਲਾਂ ਤੇ ਉਹਨੇ ਨਾ ਕਰਨ ਲੱਗਾ, ਫਿਰ ਉਹਨੇ ਕਿਹਾ ਫਕੀਰਾਂ ਦਾ ਵਾਕ ਮੋੜਨਾ ਨਹੀਂ ਚਾਹੀਦਾ, ਡਰ ਵੀ ਹੈ ਅੰਦਰ। ਜਦੋਂ ਚੋਰ ਵੀ ਗੱਲ ਕੀ ਜਾਂਦਾ ਚੋਰੀ ਕਰਨ, ਤੇ ਕਈ ਚੋਰ ਜਿਹੜੇ ਜ਼ਿਆਦਾ ਚੋਰ ਜਿਹੜੇ ਨੇ ਇਹ ਦੇਵੀ ਦੇ ਪੁਜਾਰੀ ਹੁੰਦੇ ਨੇ।
ਜ਼ਿਆਦਾ ਚੋਰ ਦੇਵੀ ਦੇ ਪੁਜਾਰੀ ਹੁੰਦੇ ਨੇ, ਉਹ ਵੀ ਗਲੀ ਸੁਖਣਾ ਸੁੱਕ ਕੇ ਜਾਂਦੇ ਨੇ, ਮਾਤਾ ਮੇਰਾ ਦਾਅ ਲੱਗ ਜੇ ਮੈਂ ਇੰਨਾ ਚੜਾਊਂਗਾ। ਅਸੀਂ ਕਹਿੰਦੇ ਹਾਂ ਬੜਾ ਭਗਤ ਹੈ, ਬਹੁਤ ਦਾਨ ਕਰਦਾ ਹੈ, ਪਰ ਕਰਮ ਆਪਣਾ ਹੈ, ਬਖਸ਼ਦਿਆ ਬਖਸ਼ਿਆ ਨਹੀਂ ਜਾਂਦਾ। ਫਿਰ ਕੀ ਕੀਤਾ ਉੱਥੇ ਜਿਸ ਵੇਲੇ ਗੱਲ ਕੀ ਉਹਨੇ ਨਾ ਕੀਤਾ, ਉਹਨਾਂ ਦੇ ਕਹਿਣ ਅਨੁਸਾਰ ਉਹਨਾਂ 2 ਵਾਰੀ ਕਿਹਾ, ਗੁਰੂ ਸਾਹਿਬ ਨੇ 2 ਵਾਰੀ ਕਿਹਾ ਬਚਪਨ ਦੇ ਰੂਪ ਵਿੱਚ। ਉਹਨੇ ਪਾਣੀ ਸੁੱਟਿਆ, ਗੱਲ ਕੀ ਕੀਤਾ ਤੇ ਉਹ ਦੁੱਧ ਥੱਲੇ ਆਪਣੇ ਆਪ ਆਉਣਾ ਸ਼ੁਰੂ ਹੋ ਗਿਆ। ਬੜਾ ਹੈਰਾਨ ਹੋਇਆ। ਹੁਣ ਉਸਨੇ ਜਿਸ ਵੇਲੇ ਗੜੀ ਵੀ ਥੱਲੇ ਕੀਤੀ ਹੈ ਤੇ ਜਿਸ ਵੇਲੇ ਗੜੀ ਵੀ ਕੀਤੀ ਹੈ, ਗੜੀ ਵੀ ਛੇਤੀ ਭਰ ਗਈ। ਉਹ ਭੱਜ ਕੇ ਲੈ ਕੇ ਆ ਗਿਆ, ਗਊ ਦਾ ਦੁੱਧ ਚੋਣ ਡਿਆ ਆਪਣੇ ਆਪ ਹੀ। ਫਿਰ ਉਹ ਕੀ ਕੀਤਾ ਕਿ ਉਹਨੇ ਉਹ ਫਟਾਫਟ ਉਹ ਗੁਰੂ ਸਾਹਿਬ 'ਤੇ ਗੱਲ ਕੀ, ਫੇਰ ਗੱਲ ਕੀ, ਉਹ ਲੋਟਾ ਦੁੱਧ ਦਾ ਪੀ ਕੇ ਆਪਣੇ ਘਰ ਚਲੇ ਗਏ ਜਾਂ ਗੁਫਾ 'ਚ ਬਹਿ ਗਏ। ਬਾਕੀ ਉਹਨੇ ਕੀਤਾ ਟੇਰੀ ਨਗਰੀ ਵਿੱਚ ਆ ਕੇ ਕੀ ਕੀਤਾ ਕਿ ਉਹਨੇ ਸਾਰੇ ਵਾਰ ਪਾਤੀ ਕਿ ਫਲਾਣੇ ਗੱਲ ਕੀ ਦਾ ਗੱਲ ਕੀ, ਇੱਕ ਲੜਕਾ ਹੈ ਉਹ ਛੋਟੀ ਅਵਸਥਾ ਵਿੱਚ ਹੀ ਗੱਲ ਕੀ ਕੁੰਦਰਾ 'ਚ ਬਹਿ ਕੇ ਤਪੱਸਿਆ ਕਰਦਾ ਹੈ ਤੇ ਉਹਨੇ ਗੱਲ ਕੀ ਕੀਤਾ, ਅਜੇ ਗਊ ਦੀ ਗੱਲ ਕੀ ਅਜੇ ਛੋਟੀ ਹੈ, ਵੈੜ ਹੈ, ਉਹ ਦੁੱਧ ਦਿੰਦੀ ਹੈ, ਉਹ ਜਿੰਨਾ ਚਿਰ ਜਿਉਂਦੀ ਰਹੀ ਦੁੱਧ ਦਿੰਦੀ ਰਹੀ ਹੈ। ਮਸ਼ਹੂਰ ਹੋ ਗਈ ਗੱਲ, ਅੱਗ ਵਾਂਗੂ ਗੱਲ ਫੈਲ ਗਈ ਸਾਰੀ ਟੇਰੀ 'ਚ। ਤੇ ਬੀਬੀਆਂ ਜਿਹੜੀਆਂ ਹੁੰਦੀਆਂ ਨੇ ਇਹਨਾਂ ਦਾ ਮਾਦਾ ਹੋਰ ਇੱਕ ਬੜਾ ਵੱਡਾ ਹੁੰਦਾ ਹੈ। ਪਤਾ ਕੀ ਹੈ, ਇਹ ਇਸ ਕੰਮ ਨੂੰ ਬੜੀ ਛੇਤੀ ਲੈਂਦੀਆਂ ਨੇ। ਜਿਸ ਬੀਬੀ ਦੇ ਪੇਟ ਵਿੱਚ ਬੱਚਾ ਹੈ ਤੇ ਉਹਦੇ ਵਿੱਚ ਉਹ ਪਤਾ ਉਹਨੂੰ ਪਤਾ ਨਹੀਂ ਕਿ ਬੱਚਾ ਇਹ ਲੜਕਾ ਕਿ ਲੜਕੀ ਹੈ। ਇਹੋ ਜਿਹੀਆਂ ਬੀਬੀਆਂ ਜਿਹੜੀਆਂ ਸਨ, ਜਿੱਧਰ ਨੂੰ ਗੁਰੂ ਮਹਾਰਾਜ ਨੇ ਗਲੀ 'ਚ ਜਾਣਾ ਤੇ ਉਹਨਾਂ ਨੇ ਕੀ ਕਰਨਾ ਕਿ ਉਹਨਾਂ ਕਹਿਣਾ ਬਾਬਾ ਜੀ ਸਾਡੀ ਮੁੱਠੀ ਵਿੱਚ ਕੀ ਹੈ, ਮਤਲਬ ਸਾਡੇ ਪੇਟ 'ਚ ਕੀ ਹੈ। ਪਿਆਰੀ ਸਾਧ ਸੰਗਤ, ਹੁਣ ਅੰਤਰਜਾਮੀ ਜਿਹੜਾ ਹੈ ਉਹਦੇ ਕੋਲੋਂ ਕੁਝ ਛੁਪਾਇਆ ਜਾ ਸਕਦਾ ਹੈ? ਉਹਨਾਂ ਜੋ ਕਹਿਣਾ ਉਹੀ ਹੋ ਜਾਣਾ। ਹੋਰ ਮਸ਼ਹੂਰੀ ਵੱਧ ਗਈ। ਉਸ ਇਲਾਕੇ ਵਿੱਚ ਕੀ ਹੋਇਆ, ਠੱਲ ਪੈ ਗਈ, ਚੋਰੀ ਦੀ ਠੱਲ ਪੈ ਗਈ। ਨਹੀਂ ਤੇ ਬੰਦੇ ਨੂੰ ਕਤਲ ਕਰਦੇ ਸਨ ਕਿੱਦਾਂ? ਅਜੇ ਮੂਲੀ ਜਿਹੜੀ ਹੈ ਉਹ ਵੀ ਅਜੇ ਬੜੇ ਪਿਆਰ ਨਾਲ ਅਸੀਂ ਕੱਟਦੇ ਸਾਂ ਜਦੋਂ ਬੰਦੇ ਦਾ ਉੱਧਰ ਕਤਲ ਕਰਦੇ ਸਨ। ਹੁਣ ਤੁਸੀਂ ਕੀ ਸੁਣ ਰਹੇ ਸੀ ਦਿੱਲੀ ਵਾਲੇ ਆਪਣਾ ਹਰਦੁਆਰਾ ਵਾਲੇ ਸੰਤਾਂ ਕੋਲੋਂ? ਇਹ ਮੈਨੂੰ ਵੀ ਪਤਾ ਹੈ। ਇਹਨਾਂ ਦੇ ਪਿਤਾ ਜੀ ਸਵਾਮੀ ਗੁਰੂ ਪ੍ਰੇਮਾਨੰਦ ਜੀ ਇਸ ਧਰਤੀ 'ਤੇ ਆਏ ਨੇ। ਜਦੋਂ ਇਹ ਆਸ਼ਰਮ ਬਣਦਾ ਸੀ ਇੱਥੇ ਉਹਨਾਂ ਦੇ ਚਰਨ ਪਏ ਨੇ, ਆਏ ਸਨ। ਕਪਲਸ ਜੀ ਸਨ, ਉਹਨਾਂ ਨੂੰ ਨਾਲ ਲੈ ਕੇ ਗਏ, ਅਸੀਂ ਲਿਆਂਦਾ ਉਹਨਾਂ ਨੂੰ। ਅਤੇ ਉਹਨਾਂ ਨੇ ਖੋਜ ਕੀਤੀ ਜਾ ਕੇ। ਜਿਸ ਵੇਲੇ ਗਏ ਅਤੇ ਗੱਲ ਕੀ ਕੀਤਾ, ਉਹਨਾਂ ਕਿਹਾ ਵੀ ਇਹ ਟੇਰੀ ਜਿਸ ਵੇਲੇ ਪਹੁੰਚੇ ਪਾਕਿਸਤਾਨ ਵਿੱਚ ਦੁਬਾਰਾ ਉਹ ਪਤਾ ਕਰਨ ਵਾਸਤੇ ਪਹੁੰਚੇ ਜਿਹੜੇ, ਅਤੇ ਉਹਨਾਂ ਨੇ ਉੱਥੇ ਪਹਿਲਾਂ ਜਾਂਦਾ ਹੀ ਕੋਈ ਨਹੀਂ ਸੀ। ਜਦੋਂ ਪਹੁੰਚੇ ਅਤੇ ਉਹਨਾਂ ਨੇ ਜਾ ਕੇ ਪਹਿਲਾਂ ਘੇਰੇ 'ਚ ਆ ਗਏ। ਉਹਨਾਂ ਦੇ ਮੁਖਾਰਬਿੰਦ ਤੋਂ ਸੁਣਿਆ ਆਪ, ਮੈਂ ਇਹਨਾਂ ਕੰਨਾਂ ਨੇ ਆਪ ਸੁਣਿਆ। ਕਹਿੰਦਾ ਘੇਰੇ 'ਚ ਆ ਗਏ ਅਤੇ ਉਹਨਾਂ ਸੋਚਿਆ ਵੀ ਗੱਲ ਕੀ ਇਹਨੂੰ ਪਕੜ ਕੇ ਗੱਲ ਕੀ ਇੱਦਾਂ ਕਰੀਏ ਕਿ ਇਹਨਾਂ ਨੂੰ ਨਿਕਲ ਨਾ ਦਈਏ। ਹੁਣ ਆ ਗਏ ਨੇ ਜੀ। ਇਹ ਤਾਂ ਗਏ ਸਨ ਪਤਾ ਕਰਨ ਕਿ ਉੱਥੇ ਚੌਂਕੀਦਾਰ ਕਿਹੜਾ ਸੀ ਉਸ ਵੇਲੇ। ਉਹ ਪਠਾਣੀ ਭਾਸ਼ਾ ਵਿੱਚ ਲਿਖਿਆ ਜਾਣਦੇ ਸਨ ਸਵਾਮੀ ਜੀ ਥੋੜ੍ਹਾ ਬਹੁਤਾ। ਅਤੇ ਉਹਨਾਂ ਕਿਹਾ ਵੀ ਮਾਰੇ ਦਾ ਵੇਖਣਾ ਕਿ ਕਿਹੜੇ ਗੜਕੀ ਸਨ 'ਚ ਪੈਦਾ ਹੋਏ ਨੇ। ਅਤੇ ਫਿਰ ਉਹਨਾਂ ਨੇ ਫਿਰ ਪਤਾ ਕੀ ਕਹਿ ਦਿੱਤਾ, ਸਵਾਮੀ ਤੀਸਰੀ ਪਾਤਸ਼ਾਹੀ ਮਾਰੇ ਨੂੰ, ਉਹਨਾਂ ਦੀ ਮਸ਼ਹੂਰੀ ਬੜੀ ਸੀ। ਉਹਨਾਂ ਕਿਹਾ ਇਹ ਹੇਮਰਾਜ ਦਾ ਲੜਕਾ ਹੈ, ਹੇਮਰਾਜ ਦਾ ਲੜਕਾ ਹੈ। ਇਹਨਾਂ ਦਾ ਜਨਮ ਜਿਹੜਾ ਸੀ ਉਹ ਜਦੋਂ ਹੋਇਆ ਸੀ ਉਦੋਂ ਮਹਾਰਾਜ ਜੀ ਬਣ ਗਏ ਸਨ, ਫਕੀਰੀ ਲਾਈਨ ਵਿੱਚ ਸਨ। ਫਿਰ ਜਦੋਂ ਹੇਮਰਾਜ ਲੜਕਾ ਸੀ ਅਤੇ ਇਹ ਸਨ ਘਰ ਵਿੱਚ ਗੱਲ ਕੀ ਇਹ ਲੋਕਾਂ ਨੂੰ ਗੱਲ ਕੀ ਰੁਪਇਆ ਪੈਸਾ ਦਿਆ ਕਰਦੇ ਸਨ, ਉਧਾਰ ਵੀ ਦਿਆ ਕਰਦੇ ਸਨ, ਲੋੜਾਂ ਵੀ ਪੂਰੀਆਂ ਕਰਦੇ ਸਨ। ਪੈਸੇ ਦਾ ਵਪਾਰ ਵੀ ਜ਼ਿਆਦਾ ਸੀ ਇਹਨਾਂ ਦਾ। ਘਰ ਵਿੱਚ ਮਾਲ ਧਨ ਵੀ ਬਹੁਤ ਸੀ ਅਤੇ ਸੇਵਾ ਵੀ ਬਹੁਤ ਕਰਦੇ ਸਨ। ਪਿਆਰੀ ਸਾਧ ਸੰਗਤ, ਇਹ ਆਖਰੀ ਪੰਕਤੀ ਹੁਣ ਇਹਨੂੰ ਪੂਰਾ ਲੱਗਾ ਕਰਨ, ਕਿਉਂਕਿ ਮਹਾਰਾਜ ਦੀ ਗੱਲ ਕੀ ਕਥਾ ਜਿਹੜੀ ਮੁੱਕਣ ਵਾਲੀ ਨਹੀਂ। ਇਹ ਜਿਵੇਂ ਪਹਿਲਾਂ ਕਿਹਾ ਮੂੰਹ ਛੋਟਾ ਹੈ ਗੱਲ ਵੱਡੀ ਹੈ, ਪਰ ਸ਼ਬਦ ਨੂੰ ਪੂਰਾ ਕਰਨਾ ਚਾਹੀਦਾ ਹੈ। ਤੋ ਅੱਜ ਦਾ ਦਿਨ ਵੀ ਉਹ ਹੈ ਖੁਸ਼ੀ ਦਾ ਹੀ।
ਤੇ ਜਦੋਂ ਜਨਮ ਲਿਆ ਉਹਨਾਂ ਨੇ ਕਿਹੜੀ ਰੁੱਤ ਵਿੱਚ ਲਿਆ? ਨਾ ਤੇ ਗਰਮੀ ਹੈ ਤੇ ਨਾ ਹੀ ਜ਼ਿਆਦਾ ਸਰਦੀ ਹੈ। ਬਸੰਤ ਦਾ ਤਿਉਹਾਰ ਸੋਹਣੀ ਰੁੱਤ ਵੀ ਨਿਰਾਲੀ ਏ, ਸੰਤ ਦਾ ਤਿਉਹਾਰ ਸੋਹਣੀ ਰੁੱਤ ਵੀ ਨਿਰਾਲੀ ਏ। ਬਸੰਤ ਦਾ ਤਿਉਹਾਰ ਸੋਹਣੀ ਰੁੱਤ ਵੀ ਨਿਰਾਲੀ ਏ, ਬਸੰਤ ਦਾ ਤਿਉਹਾਰ ਸੋਹਣੀ ਰੁੱਤ ਵੀ ਨਿਰਾਲੀ ਏ। ਬਸੰਤ ਦਾ ਤਿਉਹਾਰ ਸੋਹਣੀ ਰੁੱਤ ਵੀ ਨਿਰਾਲੀ ਏ, ਬਸੰਤ ਦਾ ਤਿਉਹਾਰ ਸੋਹਣੀ ਰੁੱਤ ਵੀ ਨਿਰਾਲੀ ਏ। ਬਸੰਤ ਦਾ ਤਿਉਹਾਰ ਸੋਹਣੀ ਰੁੱਤ ਵੀ ਨਿਰਾਲੀ ਏ, ਬਸੰਤ ਦਾ ਤਿਉਹਾਰ ਸੋਹਣੀ ਰੁੱਤ ਵੀ ਨਿਰਾਲੀ ਏ। ਸੰਤ ਰੂਪ ਧਾਰ ਕੀਤੀ ਰਾਮ ਰਖਵਾਲੀ ਏ, ਸੰਤ ਰੂਪ ਧਾਰ ਕੀਤੀ ਰਾਮ ਰਖਵਾਲੀ ਏ। ਸੰਤ ਰੂਪ ਧਾਰ ਕੀਤੀ ਰਾਮ ਰਖਵਾਲੀ ਏ, ਸੰਤ ਰਾਮ ਰਖਵਾਲੀ ਏ। ਸ਼ਬਦ ਸਵਾਰ ਬਿਗੜੀ ਸਵਾਰੀ ਨੀ, ਗੋਦੀ ਵਿੱਚ ਆਇਆ ਅਵਤਾਰ ਤੇਰੀ ਨੀ। ਸ਼ਬਦ ਸਵਾਰ ਬਿਗੜੀ ਸਵਾਰੀ ਨੀ, ਅਵਤਾਰ ਤੇਰੀ ਨੀ। ਮਾਤਾ ਰਾਧੇ ਸੁਣੀ ਪੁਕਾਰ ਤੇਰੀ ਨੀ, ਗੋਦੀ ਵਿੱਚ ਆਇਆ ਅਵਤਾਰ ਤੇਰੀ ਨੀ। ਏ ਮਾਤਾ ਰਾਧੇ ਸੁਣੀਏ ਪੁਕਾਰ ਤੇਰੀ ਨੀ, ਗੋਦੀ ਵਿੱਚ ਆਇਆ ਅਵਤਾਰ ਤੇਰੀ ਨੀ। ਮਾਤਾ ਰਾਧੇ ਸੁਣੀ ਪੁਕਾਰ ਤੇਰੀ ਨੀ, ਅਵਤਾਰ ਤੇਰੀ ਨੀ। ਮਹਾਰਾਜ ਕਿਰਪਾ ਕਰਨ। ਮੈਂ ਤੇ ਅਰਦਾਸ ਪਹਿਲੋਂ ਸ਼ੁਰੂ ਤੋਂ ਜਦੋਂ ਅਸੀਂ ਸ਼ੁਰੂ ਕਰਨ ਲੱਗੇ ਸੀ, ਜੋ ਜਗਾ ਕੇ ਅਰਦਾਸ ਵੀ ਕੀਤੀ ਸੀ, ਉਸ ਵੇਲੇ ਵੀ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਸੱਚੇ ਪਾਤਸ਼ਾਹ ਲੇਖੇ ਲਾਇਓ। ਇਹ ਆਪ ਜੀ ਦੇ ਅਵਤਾਰ ਦਿਵਸ ਦੇ ਉਪਲਕਸ਼ ਵਿੱਚ ਅਸੀਂ ਗੱਲ ਕੀ ਇਹ ਕਾਰਜ ਲੱਗਿਆਂ ਕਰਨ, ਸਤਸੰਗ ਕਥਾ ਕੀਰਤਨ ਲੱਗਿਆਂ ਕਰਨ, ਅਤੇ ਸੰਗਤਾਂ ਦੀ ਲਿਆਂਦੀ ਹੋਈ ਹਾਜ਼ਰੀ ਜਿਹੜੀ ਹੈ, ਉਹ ਲਾਈ ਹੋਈ ਹਾਜ਼ਰੀ ਜਿਹੜੀ ਹੈ ਉਹ ਲੇਖੇ ਲਾਉਣੀ ਹੈ, ਅਤੇ ਸੰਤਾਂ ਦਾ ਜੋ ਤਿਲ ਫੁੱਲ ਲਿਆਂਦਾ ਹੈ ਉਹ ਭੇਟਾ ਸਵੀਕਾਰ ਕਰਨਾ ਹੈ, ਅਤੇ ਸਾਨੂੰ ਸਮੱਤ ਬਖਸ਼ਣੀ ਹੈ, ਸਾਨੂੰ ਭਗਤੀ ਬਖਸ਼ਣੀ ਹੈ, ਅਤੇ ਸਾਡੇ ਕੀਤੇ ਕਰਮਾਂ ਦੇ ਵੱਲ ਔਗਣਾਂ ਵੱਲ ਨਹੀਂ ਵੇਖਣਾ, ਆਪਣੀ ਰਹਿਮਤ ਵੱਲ ਵੇਖ ਕੇ ਸਾਨੂੰ ਭਗਤੀ ਦਾ ਦਾਨ ਦੇਣਾ ਹੈ। ਜਿਵੇਂ ਅਸੀਂ ਕਹਿੰਦੇ ਹਾਂ ਭਗਤੀ ਦਾਨ ਮੋਹਿ ਦੀਜੀਏ ਗੁਰੂ ਦੇਵੋਂ ਕੇ ਦੇਵ, ਕਹਿੰਦੇ ਭਗਤੀ ਦਾ ਦਾਨ ਦੇਣਾ ਇਹ ਸਤਿਗੁਰੂ, ਤੇ ਕਿਰਪਾ ਕਰਨੀ ਆਪਣੇ ਇਸ ਅਵਤਾਰ ਦਿਵਸ ਉੱਤੇ ਸਾਡੀ ਬੁੱਧੀ ਨੂੰ ਕੀ ਕਰ, ਸਾਨੂੰ ਗਿਆਨ ਕਰ, ਸਾਨੂੰ ਸ਼ਬਦ ਨਾਲ ਜੋੜ, ਸੇਵਾ ਨਾਲ ਜੋੜ, ਸਿਮਰਨ ਨਾਲ ਜੋੜ, ਸਾਡੇ ਸਰੀਰ ਕੋ ਸਤ ਕਰਮ ਕਰਾ। ਇਹ ਮੈਂ ਤੁਹਾਡੀ ਸਾਡੇ ਸਭ ਦੀ ਅਰਦਾਸ ਕੀਤੀ, ਸੰਗਤ ਦੀ ਵੀ ਵਿੱਚੇ ਆਪਣੀ। ਇਸ ਕਰਕੇ ਪਿਆਰੀ ਸਾਧ ਸੰਗਤ, ਹੁਣ ਮੈਂ ਇਸ ਕਰਕੇ ਛੱਡ ਦਿੱਤਾ ਹੈ, ਮੈਂ ਕਿਹਾ ਤੁਸਾਂ ਤੇ ਬੋਲਣਾ ਨਹੀਂ ਗਾ, ਅਤੇ ਟਾਈਮ ਅੱਜ ਜ਼ਿਆਦਾ ਹੋ ਗਿਆ, ਕੁਝ ਲੇਟ ਬੱਸ ਹੋ ਗਈ ਅਤੇ ਸੰਗਤ ਵੀ ਲੇਟ ਹੋ ਗਈ, ਡੀਕਦੇ ਰਹੇ, ਅਤੇ ਬਾਕੀ ਇਹ ਹੈ ਸੋਚ ਕੇ ਛੱਡ ਦਿੱਤਾ ਹੈ, ਕਿਉਂਕਿ ਗੱਲ ਕੀ ਟਾਈਮ ਨਾਲ ਪਹੁੰਚਣਾ ਵੀ ਹੈਗਾ। ਤੁਸੀਂ ਬੋਲੋ ਜੈਕਾਰਾ, ਬੋਲ ਸ੍ਰੀ ਗੁਰੂ ਮਹਾਰਾਜ।